ਹੈਲੋ ਸਟੂਡੈਂਟ, ਵੈਲਕਮ ਬੈਕ ਅਵ YouTube ਚੈਨਲ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ। ਲਾਸਟ ਕਲਾਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਮੌਲਿਕ ਅਧਿਕਾਰਾਂ ਸੰਬੰਧੀ। ਅਸੀਂ ਦੇਖਿਆ ਸੀ ਵੀ ਮੌਲਿਕ ਅਧਿਕਾਰ ਜਿਹੜੇ ਨੇ ਸਾਡੇ ਸੰਵਿਧਾਨ ਦੇ ਭਾਗ ਨੰਬਰ 3 ਦੇ ਵਿੱਚ ਅਨੁਛੇਦ ਨੰਬਰ 12 ਤੋਂ ਲੈ ਕੇ 35 ਤੱਕ ਉਹਦਾ ਵਰਣਨ ਕੀਤਾ ਗਿਆ ਹੈਗਾ। ਕਿਹੜੇ ਦੇਸ਼ ਤੋਂ ਅਡਾਪਟ ਕੀਤੇ ਅਸੀਂ? ਸਾਨੂੰ ਪਤਾ ਵੀ ਅਸੀਂ US ਤੋਂ ਅਡਾਪਟ ਕੀਤੇ ਹੈ, ਠੀਕ ਹੈ। ਤੇ ਇਹਦੇ ਵਿਕਾਸ ਦੀ ਪ੍ਰਕਿਰਿਆ ਅਸੀਂ ਦੇਖੀ ਸੀ। ਵਿਕਾਸ ਇਹਦਾ ਇੰਗਲੈਂਡ ਤੋਂ ਸ਼ੁਰੂ ਹੁੰਦਾ ਹੋਇਆ ਭਾਰਤ ਤੱਕ ਪਹੁੰਚਿਆ ਇਹ। ਤੇ ਫਿਰ ਅਸੀਂ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹਨੂੰ 7 ਮੌਲਿਕ ਅਧਿਕਾਰਾਂ ਨੂੰ ਸਾਡੇ ਸ਼ਾਮਲ ਕੀਤਾ ਸੀਗਾ। ਮੂਲ ਸੰਵਿਧਾਨ ਦੇ ਵਿੱਚ 7 ਸੀਗੇ, ਪਰ ਬਾਅਦ ਦੇ ਵਿੱਚ ਇੱਕ ਤੁਹਾਨੂੰ ਪਤਾ ਹੈ ਵੀ 44 ਅਮੈਂਡਮੈਂਟ ਜਿਹੜੀ ਸੀਗੀ ਉਹ 1978 ਦੇ ਵਿੱਚ ਹੋਈ ਸੀ। ਉਹਦੇ ਤਹਿਤ ਇਹਨੂੰ ਸਾਡੇ ਇੱਕ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਤੇ ਹੁਣ ਸਾਡੇ ਮੂਲ ਸੰਵਿਧਾਨ ਦੇ ਵਿੱਚ ਜਿਹੜੇ 7 ਸੀਗੇ ਤਾਂ ਹੁਣ ਕਿੰਨੇ ਨੇ ਸਾਡੇ? ਉਹ 6 ਨੇਗੇ। ਕੱਲ ਆਪਾਂ ਲਾਸਟ ਕਲਾਸ ਦੇ ਵਿੱਚ ਗੱਲ ਕੀਤੀ ਸੀ ਆਰਟੀਕਲ ਨੰਬਰ 12 ਦੀ, ਜਿਹਦੇ ਵਿੱਚ ਸਟੇਟ ਦਾ ਵਰਣਨ ਕੀਤਾ ਗਿਆ। ਆਰਟੀਕਲ ਨੰਬਰ 13 'ਚ ਅਸੀਂ ਦੇਖਿਆ ਸੀ ਵੀ ਸਾਡੀ ਜਿਹੜੀ ਪਾਰਲੀਮੈਂਟ ਹੈ ਜਾਂ ਸਾਡੀ ਸਰਕਾਰਾਂ ਨੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾ ਸਕਦੀਆਂ ਹੈਗੀਆਂ ਜੋ ਕੋਈ ਕਾਨੂੰਨ ਜਿਹੜਾ ਸਾਡੇ ਮੌਲਿਕ ਅਧਿਕਾਰਾਂ ਨੂੰ ਕੀ ਕਰਦਾ ਹੋਵੇ, ਖਤਮ ਕਰਦਾ ਹੋਵੇ ਜਾਂ ਉਹਦੇ ਉੱਪਰ ਪਾਬੰਦੀ ਲਾਉਂਦਾ ਹੋਵੇ, ਠੀਕ ਹੈ। ਤਾਂ ਫਿਰ ਇਹ ਸਾਡੀ ਅਦਾਲਤਾਂ ਨੂੰ ਨਿਆਇਕ ਪੁਨਰ ਨਿਰੀਖਣ ਦੀ ਪਾਵਰ ਜਿਹੜਾ ਸੀ ਆਰਟੀਕਲ ਨੰਬਰ 13 ਉਹ ਪ੍ਰਦਾਨ ਕਰਦਾ ਸੀ। ਫਿਰ ਅਸੀਂ ਸਮਾਨਤਾ ਦੇ ਅਧਿਕਾਰ ਦੀ ਗੱਲ ਕੀਤੀ ਹੈ, ਜਿਹੜਾ ਕਿ ਸਾਡੇ ਮੌਲਿਕ ਅਧਿਕਾਰਾਂ 'ਚ ਪਹਿਲਾ ਅਧਿਕਾਰ ਮੰਨਿਆ ਜਾਂਦਾ ਹੈ। ਉਹਦੇ ਵਿੱਚ ਅਸੀਂ ਆਰਟੀਕਲ ਨੰਬਰ 14 ਦੇਖਿਆ ਸੀ। 14 ਦੇ ਵਿੱਚ ਕੀ ਕੀਤਾ ਗਿਆ? ਸਮਾਨਤਾ ਦੀ ਗੱਲ ਕੀਤੀ ਗਈ ਕਾਨੂੰਨ ਦੇ ਸਾਹਮਣੇ, ਠੀਕ ਹੈ। ਤੇ ਅਨੁਛੇਦ ਨੰਬਰ 15 ਕੀ ਕਹਿੰਦਾ ਹੈ? ਲਿੰਗ, ਜਾਤੀ, ਧਰਮ, ਨਸਲ, ਜਨਮ ਸਥਾਨ ਦੇ ਆਧਾਰ ਤੇ ਕਿਸੇ ਵਿਅਕਤੀ ਨਾਲ ਤੁਸੀਂ ਭੇਦਭਾਵ ਨਹੀਂ ਕਰ ਸਕਦੇ ਹੈਗੇ। ਤੇ 16 ਆਰਟੀਕਲ ਦੇ ਵਿੱਚ ਅਸੀਂ ਗੱਲ ਕੀਤੀ ਸੀ ਅਫਸਰ ਦੀ ਸਮਾਨਤਾ ਮਿਲਦੀ ਸਾਨੂੰ, ਉਹਦੇ ਤਹਿਤ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਅਲੱਗ-ਅਲੱਗ ਕੈਟਾਗਰੀਜ਼ ਨੂੰ। ਤੇ 17 ਆਰਟੀਕਲ ਦੇ ਅਸੀਂ ਦੇਖਿਆ ਸੀ ਛੂਆ-ਛਾਤ ਨੂੰ ਰੋਕਿਆ ਗਿਆ ਹੈਗਾ। ਤੇ ਲਾਸਟ ਜਿਹੜਾ ਆਰਟੀਕਲ ਆਪਾਂ ਗੱਲ ਕੀਤੀ ਸੀ ਆਰਟੀਕਲ ਨੰਬਰ ਜਿਹੜਾ 18 ਸੀ, ਅਨੁਛੇਦ ਨੰਬਰ 18 ਸੀਗਾ, ਉਹਦੇ 'ਚ ਅਸੀਂ ਗੱਲ ਕੀਤੀ ਸੀਗੀ ਉਪਾਧੀਆਂ ਦਾ ਜਿਹੜਾ ਖਾਤਮਾ ਕੀਤਾ ਗਿਆ। ਇਸ ਤੋਂ ਬਾਅਦ ਅੱਜ ਤੁਹਾਡੀ ਸਕਰੀਨ ਦੇ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਸੁਤੰਤਰਤਾ ਦਾ ਅਧਿਕਾਰ, ਅਨੁਛੇਦ ਨੰਬਰ 19 ਤੋਂ ਲੈ ਕੇ 22 ਤੱਕ ਹੈ। ਤੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਜਿਹੜਾ ਉਹ ਆਰਟੀਕਲ ਨੰਬਰ ਅਨੁਛੇਦ ਨੰਬਰ 23 ਤੋਂ ਲੈ ਕੇ 24 ਤੱਕ ਦਿੱਤਾ ਗਿਆ। ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ ਜੀ। ਤੇ ਅੱਜ ਦੀ ਕਲਾਸ ਜਿਹੜੀ ਤੁਹਾਡੀ ਹੋਣ ਵਾਲੀ ਹੈ ਇਹ 2 ਮੌਲਿਕ ਅਧਿਕਾਰਾਂ ਬਾਰੇ ਆਪਾਂ ਗੱਲ ਕਰਾਂਗੇ, ਜਿਹਦੇ ਬਾਰੇ ਆਪਾਂ ਕੱਲ ਵੀ ਆਪਾਂ ਦੱਸੀ ਤੁਹਾਨੂੰ ਕਲਾਸ ਵੀ, ਅਗਲੀ ਕਲਾਸ ਕਿਹੜੀ ਹੋਣੀ ਹੈ। ਸ਼ੁਰੂ ਕਰਦੇ ਹਾਂ ਆਰਟੀਕਲ ਨੰਬਰ 19, ਠੀਕ ਹੈ। ਤਾਂ ਤੁਹਾਨੂੰ ਪਤਾ ਹੈ ਵੀ ਜਿਹੜਾ ਸੁਤੰਤਰਤਾ ਅਧਿਕਾਰ ਹੈ ਇਹ ਆਰਟੀਕਲ ਨੰਬਰ 19 ਤੋਂ ਲੈ ਕੇ 22 ਤੱਕ ਵਰਣਨ ਕੀਤਾ ਗਿਆ ਇਹਦਾ। ਸਭ ਤੋਂ ਪਹਿਲਾਂ ਆਪਾਂ ਆਰਟੀਕਲ ਨੰਬਰ 19 ਦੀ ਗੱਲ ਕਰਾਂਗੇ, ਜਿਹਦੇ ਵਿੱਚ ਤੁਹਾਨੂੰ 6 ਪ੍ਰਕਾਰ ਦੀ ਸੁਤੰਤਰਤਾ ਜਿਹੜੀ ਉਹ ਮਿਲਦੀ ਹੈ। ਪਹਿਲਾਂ ਇਹ 7 ਪ੍ਰਕਾਰ ਦੀ ਸੁਤੰਤਰਤਾ ਮਿਲਦੀ ਸੀ, ਹੁਣ 6 ਪ੍ਰਕਾਰ ਦੀ ਸੁਤੰਤਰਤਾ ਤੁਹਾਨੂੰ ਮਿਲਦੀ ਹੈ। ਇਹ 7 ਪ੍ਰਕਾਰ ਦੀ ਸੁਤੰਤਰਤਾ ਜਿਹੜੀ ਸੀਗੀ ਤੇ ਇਹਦੇ ਵਿੱਚ 7ਵੀਂ ਪ੍ਰਕਾਰ ਦੀ ਸੁਤੰਤਰਤਾ ਕਿਹੜੀ ਖਤਮ ਹੋ ਗਈ ਤੁਹਾਡੀ, ਠੀਕ ਹੈ। ਇਹਦੇ ਬਾਰੇ ਆਪਾਂ ਗੱਲ ਕਰ ਲਾਂਗੇ। ਚਲੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਵੀ 6 ਪ੍ਰਕਾਰ ਦੀ ਸੁਤੰਤਰਤਾ ਸਾਨੂੰ ਕਿਹੜੀ ਮਿਲਦੀ ਹੈ। ਫਸਟ ਹੈਗੀ ਜਿਵੇਂ ਆਰਟੀਕਲ ਨੰਬਰ 19 ਹੈ, ਤਾਂ ਦੇਖੋ ਇਹਨੂੰ ਅਸੀਂ 2 ਭਾਗਾਂ 'ਚ ਵੰਡਦੇ ਹੁੰਦੇ ਹਾਂ ਆਰਟੀਕਲ ਨੰਬਰ 19 ਨੂੰ। ਇੱਕ ਆਰਟੀਕਲ ਨੰਬਰ 19(1) ਹੈ ਤੇ ਇੱਕ ਆਰਟੀਕਲ ਨੰਬਰ 19(2) ਹੈਗਾ, ਠੀਕ ਹੈ। 2 ਦੇ ਵਿੱਚ ਸਾਨੂੰ 6 ਪ੍ਰਕਾਰ ਦੀ ਸੁਤੰਤਰਤਾ ਮਿਲਦੀ ਹੈ ਤੇ ਆਰਟੀਕਲ 1 ਦੇ ਵਿੱਚ ਸਾਨੂੰ ਸੁਤੰਤਰਤਾ ਮਿਲਦੀ ਹੈ 6 ਪ੍ਰਕਾਰ ਦੀ। ਤੇ ਜਿਹੜਾ ਆਰਟੀਕਲ ਨੰਬਰ 19(2) ਹੈਗਾ ਉਹਦੇ ਵਿੱਚ ਕੁਝ ਕੁ ਸਾਨੂੰ ਪਾਬੰਦੀਆਂ ਇਹਦੇ ਉੱਪਰ ਜਾਂ ਇਹਨੂੰ ਸਸਪੈਂਡ ਕੀਤਾ ਜਾ ਸਕਦਾ ਕੁਝ ਹਾਲਾਤਾਂ ਦੇ ਵਿੱਚ, ਠੀਕ ਹੈ। ਉਹ ਆਪਾਂ ਬਾਅਦ 'ਚ ਡਿਸਕਸ ਕਰਾਂਗੇ ਇਹਦੇ ਬਾਰੇ। ਤੇ ਸਭ ਤੋਂ ਪਹਿਲਾਂ ਆਪਾਂ ਆਰਟੀਕਲ ਨੰਬਰ 19(1) ਦੇਖ ਲੈਂਦੇ ਹਾਂ ਵੀ ਸਾਨੂੰ 6 ਪ੍ਰਕਾਰ ਦੀ ਸੁਤੰਤਰਤਾ ਕਿਹੜੀ ਦਿੰਦਾ ਇਹ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਚਾਰ ਅਤੇ ਸਵੈ ਪ੍ਰਗਟਾਵੇ ਦੀ। ਡਿਟੇਲ ਦੇ ਵਿੱਚ ਆਪਾਂ ਬਾਅਦ 'ਚ ਦੇਖਦੇ ਹਾਂ ਇਹਨੂੰ। ਸ਼ਾਂਤੀਪੂਰਨ ਸੰਮੇਲਨ ਕਰਨ ਦੀ ਸੁਤੰਤਰਤਾ ਸਾਨੂੰ ਮਿਲਦੀ ਹੈ। ਸੰਗਠਨ ਜਾਂ ਸੰਘ ਬਣਾਉਣ ਦੀ ਸੁਤੰਤਰਤਾ ਸਾਨੂੰ ਮਿਲਦੀ ਹੈ। ਭਾਰਤ ਦੇ ਕਿਸੇ ਵੀ ਖੇਤਰ ਦੇ ਵੀ ਤੁਸੀਂ ਘੁੰਮ ਸਕਦੇ ਹੋਗੇ, ਉਹਦੀ ਸੁਤੰਤਰਤਾ ਸਾਨੂੰ ਮਿਲਦੀ ਹੈ। ਤੇ ਇਸ ਤੋਂ ਬਾਅਦ ਜਿਹੜੀ ਭਾਰਤ ਦੇ ਕਿਸੇ ਖੇਤਰ ਦੇ ਵਿੱਚ ਨਿਵਾਸ ਕਰਨ ਦੀ ਸਾਨੂੰ ਸੁਤੰਤਰਤਾ ਮਿਲਦੀ ਹੈ। ਕੋਈ ਵੀ ਆਜੀਵਿਕਾ ਜਾਂ ਕੋਈ ਕਿਸੇ ਪ੍ਰਕਾਰ ਦਾ ਜਿਹੜਾ ਵਪਾਰ ਹੈ ਸਾਨੂੰ ਉਹ ਕਰਨ ਦੀ ਸੁਤੰਤਰਤਾ ਜਿਹੜੀ ਸਾਨੂੰ ਹਾਸਲ ਹੁੰਦੀ ਹੈ। ਤਾਂ ਇਹ 6 ਪ੍ਰਕਾਰ ਦੇ ਇਹਨੂੰ ਕੈਟਾਗਰੀਜ਼ ਵਾਈਜ਼ ਨੂੰ ਪੁੱਛਿਆ ਜਾ ਸਕਦਾ ਹੈਗਾ। ਜੇ ਤੁਸੀਂ ਹਾਈ ਲੈਵਲ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਕੈਟਾਗਰੀ ਵਾਈਜ਼ ਪੁੱਛਿਆ ਜਾ ਸਕਦਾ ਹੈ ਵੀ A ਦੇ ਵਿੱਚ ਕੀ ਹੈ, 19 A ਦੇ ਵਿੱਚ ਕੀ ਹੈ, B ਦੇ ਵਿੱਚ ਕੀ ਹੈ। ਤਾਂ ਇਹ ਸਿਸਟਮੈਟਿਕ ਤਰੀਕੇ ਨਾਲ ਮੈਂ ਲਾਇਆ ਹੋਇਆ ਇਹਨੂੰ, ਠੀਕ ਹੈ। ਤਾਂ ਯਾਦ ਰੱਖਣਾ ਆਪਾਂ 19 A ਦੇ ਵਿੱਚ ਕੀ ਹੈ, 19 B ਦੇ ਵਿੱਚ ਕੀ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਆਰਟੀਕਲ ਨੰਬਰ 19(1) ਦਾ A ਹੈ, ਜਿਹਦੇ ਵਿੱਚ ਵਿਚਾਰ ਅਤੇ ਸਵੈ ਪ੍ਰਗਟਾਵੇ ਦੀ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ। ਅਸੀਂ ਇਹ ਕਹੀਏ ਵੀ ਸਾਡੇ ਮੌਲਿਕ ਅਧਿਕਾਰਾਂ ਦੇ ਵਿੱਚੋਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਅਧਿਕਾਰ ਹੈ, ਠੀਕ ਹੈ। ਇਸ ਕਰਕੇ ਇਹਨੂੰ ਸਾਡੇ ਸੰਵਿਧਾਨ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ, ਬੈਕਬੋਨ ਆਫ ਇੰਡੀਅਨ ਕੰਸਟੀਟਿਊਸ਼ਨ ਨੂੰ ਮੰਨਿਆ ਜਾਂਦਾ ਹੈਗਾ, ਠੀਕ ਹੈ। ਤਾਂ ਕਾਫੀ ਇੰਪੋਰਟੈਂਟ ਸਾਡਾ ਜਿਹੜਾ ਮੌਲਿਕ ਅਧਿਕਾਰ ਹੈ ਇਹ। ਜੇ ਅਸੀਂ ਇੰਪੋਰਟੈਂਟ ਅਧਿਕਾਰਾਂ ਦੀ ਗੱਲ ਕਰੀਏ ਤਾਂ ਜਿਵੇਂ ਆਰਟੀਕਲ ਨੰਬਰ 14 ਹੈ ਤੇ ਆਰਟੀਕਲ ਨੰਬਰ 19 ਹੈ ਤੇ ਆਰਟੀਕਲ ਨੰਬਰ 21 ਹੈ। ਇਹਨੂੰ ਸਾਡੇ ਸੰਵਿਧਾਨ ਦੇ ਵਿੱਚ ਗੋਲਡਨ ਟ੍ਰਾਇੰਗਲ ਦਾ ਨਾਮ ਦਿੱਤਾ ਜਾਂਦਾ ਹੈ। ਗੋਲਡਨ ਟ੍ਰਾਇੰਗਲ ਵੀ ਜੇ ਮੰਨ ਲਓ ਤੁਹਾਨੂੰ ਆਰਟੀਕਲ ਨੰਬਰ 14, ਆਰਟੀਕਲ ਨੰਬਰ 15, ਆਰਟੀਕਲ ਨੰਬਰ 21 ਨਾ ਮਿਲੇ, ਠੀਕ ਹੈ, ਤਾਂ ਅਸੀਂ ਇੱਕ ਵਧੀਆ ਜ਼ਿੰਦਗੀ ਦੀ ਕਲਪਨਾ ਹੀ ਨਹੀਂ ਕਰ ਸਕਦੇ ਹੈਗੇ ਜੇ ਸਾਨੂੰ 14, 19 ਤੇ 21 ਨਹੀਂ ਮਿਲਦੇ ਹੈਗੇ। ਬਾਕੀ ਥੋੜੇ ਬਹੁਤ ਘੱਟ ਵੱਧ ਸਕਦੇ ਨੇ, ਪਰ ਅਸੀਂ ਇਹਨਾਂ ਤੋਂ ਬਗੈਰ ਅਸੀਂ ਆਪਣੀ ਜ਼ਿੰਦਗੀ ਨੂੰ ਸਮੂਥਲੀ ਤਰੀਕੇ ਨਾਲ ਨਹੀਂ ਜੀ ਸਕਦੇ ਹੈਗੇ। ਜਾਂ ਸਾਡੇ ਜਿਉਣ ਦਾ ਅਧਿਕਾਰ ਜਿਹੜਾ ਉਹ ਕੀ ਹੋ ਜਾਊਗਾ, ਇੱਕ ਤਰ੍ਹਾਂ ਦਾ ਮਤਲਬ ਸਾਡੇ ਜਿਉਣਾ ਨਾ ਜਿਉਣਾ ਇੱਕ ਤਰ੍ਹਾਂ ਦਾ ਬਰਾਬਰ ਹੋ ਜਾਊਗਾ, ਠੀਕ ਹੈ। ਹੁਣ ਆਪਾਂ ਗੱਲ ਕਰਾਂਗੇ 19(1) ਦੇ ਵਿੱਚ A ਦੀ
ਵਿਚਾਰ ਅਤੇ ਸਵੈ ਪ੍ਰਗਟਾਵੇ ਦੀ ਸੁਤੰਤਰਤਾ। ਤਾਂ ਇੱਥੇ ਕੀ ਕਹਿੰਦਾ ਇਹ ਸਾਨੂੰ ਸੁਤੰਤਰਤਾ ਦਿੰਦਾ ਹੈ ਵੀ ਮੰਨ ਲਓ ਮੇਰੇ ਅੰਦਰ ਕੋਈ ਵਿਚਾਰ ਹੈ, ਠੀਕ ਹੈ, ਮੰਨ ਲਓ ਮੇਰੇ ਅੰਦਰ ਕੋਈ ਸਵੈ ਪ੍ਰਗਟਾਵਾ ਹੈ, ਮੈਂ ਕਿਸੇ ਵਿਚਾਰ ਤੋਂ ਪ੍ਰਭਾਵਿਤ ਹੈ ਤੇ ਮੈਂ ਉਸ ਵਿਚਾਰ ਨੂੰ ਪ੍ਰੈਜ਼ੈਂਟ ਕਰ ਰਿਹਾ ਲੋਕਾਂ ਅੱਗੇ, ਠੀਕ ਹੈ। ਹੁਣ ਮੇਰੇ ਵਿਚਾਰ ਨਾਲ ਪ੍ਰਭਾਵਿਤ ਹੋਣਾ ਜਾਂ ਨਾ ਹੋਣਾ, ਜਾਂ ਉਹਨੂੰ ਮੰਨਣਾ ਜਾਂ ਨਾ ਮੰਨਣਾ, ਉਹ ਦੂਸਰੇ ਤੇ ਨਿਰਭਰ ਕਰਦਾ ਹੈ, ਠੀਕ ਹੈ। ਇਸੇ ਵਿਚਾਰਾਂ ਦੇ ਤਹਿਤ ਹੀ ਸਾਨੂੰ, ਸਾਡੇ ਸਵੈ ਪ੍ਰਗਟਾਵੇ ਦੇ ਤਹਿਤ ਹੀ ਸਾਨੂੰ ਬਹੁਤ ਪ੍ਰਕਾਰ ਦੀ ਸੁਤੰਤਰਤਾ ਸਾਨੂੰ ਮਿਲੀ ਹੋਈ ਹੈ। ਜਿਵੇਂ ਇਹਦੇ ਵਿੱਚ ਪ੍ਰੈਸ ਦੀ ਆਜ਼ਾਦੀ ਹੈ, ਪ੍ਰੈਸ ਮੀਨਸ ਜਿਹੜੀ ਸਾਡਾ ਮੀਡੀਆ ਹੈਗਾ, ਠੀਕ ਹੈ, ਸਾਡਾ ਪ੍ਰਿੰਟ ਮੀਡੀਆ, ਸਾਡਾ ਇਲੈਕਟ੍ਰੋਨਿਕ ਮੀਡੀਆ ਹੈਗਾ, ਉਹਨੂੰ ਸਾਨੂੰ ਆਜ਼ਾਦੀ ਮਿਲੀ ਹੋਈ ਹੈ, ਉਹ ਆਪਣੇ ਜਿਹੜੇ ਐਕਸਪ੍ਰੈਸ਼ਨ ਨੇਗੇ, ਆਪਣੇ ਵਿਚਾਰ ਨੂੰ ਲੋਕਾਂ ਸਾਹਮਣੇ ਪ੍ਰੈਜ਼ੈਂਟ ਕਰ ਸਕਦੇ ਨੇ, ਠੀਕ ਹੈ। ਇਸੇ ਤਰ੍ਹਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਹੈ, ਇਹ ਸਾਨੂੰ ਪਹਿਲਾਂ ਨਹੀਂ ਮਿਲੀ ਸੀਗੀ। ਰਾਸ਼ਟਰੀ ਝੰਡਾ ਲਹਿਰਾਉਣ ਦਾ ਜਿਹੜਾ ਅਧਿਕਾਰ ਸਾਨੂੰ ਹਾਸਲ ਹੋਇਆ ਹੈਗਾ, ਉਹ ਹਾਸਲ ਹੋਇਆ ਸਾਨੂੰ 2004 ਦੇ ਵਿੱਚ। ਨਵੀਨ ਜਿੰਦਲ ਕੇਸ ਹੋਇਆ ਸੀ ਇੱਕ 2004 ਦੇ ਵਿੱਚ। ਨਵੀਨ ਜਿੰਦਲ ਹਰਿਆਣਾ ਤੋਂ ਬਿਲੋਂਗ ਕਰਦੇ ਨੇ, ਜਿੰਦਲ ਸਟੀਲ ਕੰਪਨੀ ਦੇ ਮਾਲਕ ਨੇਗੇ ਉਹ, ਠੀਕ ਹੈ। ਤੇ ਉਹਨਾਂ ਨੇ ਇੱਕ ਕੇਸ ਕੀਤਾ ਸੀਗਾ, ਉਸ ਕੇਸ ਤੋਂ ਬਾਅਦ 2004 ਦੇ ਵਿੱਚ ਸਾਨੂੰ ਰਾਸ਼ਟਰੀ ਝੰਡਾ ਲਹਿਰਾਉਣ ਦਾ ਜਿਹੜਾ ਸੀ ਸਾਨੂੰ ਸੁਤੰਤਰਤਾ ਮਿਲ ਗਈ ਸੀਗੀ। ਵਿਗਿਆਪਨ ਦੇਣ ਦੀ, ਕਿਸੇ ਪ੍ਰਕਾਰ ਦੀ ਅਸੀਂ ਐਡ ਦੇ ਸਕਦੇ ਹਾਂ, ਠੀਕ ਹੈ। ਤਾਂ ਸਾਨੂੰ, ਮੈਂ ਤੁਹਾਨੂੰ ਦੱਸੂਗਾ ਵੀ ਇਹਦੇ ਉੱਪਰ ਰੋਕਾਂ ਵੀ ਲੱਗੀਆਂ ਹੋਈਆਂ ਨੇ। ਇਹ ਅਮਰੀਕਾ ਦੇ ਲੋਕਾਂ ਦੇ ਅਧਿਕਾਰਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੈਗੇ, ਮਤਲਬ ਉਹਨਾਂ ਨੂੰ ਤਾਂ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਨੇਗੇ। ਤਾਂ ਉਹਨਾਂ ਨੇ, ਅਮਰੀਕਾ ਦੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਗਲਤੀ ਕੀਤੀ ਸੀ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਅਧਿਕਾਰ ਮਿਲੇ ਹੋਏ ਨੇ, ਉਹ ਦੂਸਰੇ ਦੇ ਅਧਿਕਾਰਾਂ ਨੂੰ ਰੋਕ ਵੀ ਸਕਦੇ ਨੇ, ਉਹਨਾਂ ਨੂੰ ਖੰਡਿਤ ਵੀ ਕਰ ਸਕਦੇ ਨੇ। ਪਰ ਸਾਡੇ ਇੰਡੀਆ ਦੇ ਵਿੱਚ ਸਾਨੂੰ ਅਧਿਕਾਰ ਇਸ ਸ਼ਰਤ ਤੇ ਮਿਲੇ ਹੋਏ ਨੇ ਵੀ ਅਸੀਂ ਦੂਸਰੇ ਦੀ ਸੁਤੰਤਰਤਾ ਨੂੰ ਖਤਮ ਨਹੀਂ ਕਰਾਂਗੇ, ਠੀਕ ਹੈ। ਤਾਂ ਇਹ ਸਾਡੀ ਸ਼ਰਤ ਹੈ। ਉਹ ਅਸੀਂ ਸ਼ਰਤਾਂ ਕਿਹੜੀਆਂ ਨੇ ਉਹ ਆਪਾਂ ਨੈਕਸਟ 'ਚ ਦੇਖਦੇ ਹਾਂ। ਜਾਣਨ ਦੀ ਹੈ, ਦੇਖੋ ਜਾਣਨ ਦੀ ਸੁਤੰਤਰਤਾ ਸਾਨੂੰ ਮਿਲੀ ਹੋਈ ਹੈ। ਚੁੱਪ ਰਹਿਣ ਦੀ ਸਾਨੂੰ ਸੁਤੰਤਰਤਾ ਹੈਗੀ, ਠੀਕ ਹੈ। ਚੁੱਪ, ਜਿਵੇਂ ਹੁਣ ਰਾਸ਼ਟਰੀ ਗਾਨ ਹੈ ਤਾਂ ਉੱਥੇ ਚੁੱਪ ਰਿਹਾ ਜਾਂਦਾ ਹੈ, ਠੀਕ ਹੈ। ਜਾਂ ਕੋਈ ਇਸ ਤਰ੍ਹਾਂ ਦਾ ਮੰਨ ਲਓ ਮੌਨ ਹੈ, ਠੀਕ ਹੈ, ਤਾਂ ਮੌਨ ਧਾਰਨ ਕਰ ਸਕਦੇ ਹਾਂ ਅਸੀਂ, ਹੈ ਨਾ। ਤਾਂ ਉਹ ਵੀ ਸਾਨੂੰ ਅਧਿਕਾਰ ਮਿਲਿਆ ਹੋਇਆ, ਇੱਥੇ ਸੁਤੰਤਰਤਾ ਮਿਲੀ ਸਾਨੂੰ। ਇਲੈਕਟ੍ਰੋਨਿਕ ਮੀਡੀਆ ਨੂੰ ਲਾਈਵ ਪ੍ਰਸਾਰਣ ਕਰਨ ਦਾ ਅਧਿਕਾਰ ਵੀ ਹੈਗਾ, ਠੀਕ ਹੈ। ਤਾਂ ਇਹ ਕਾਫੀ ਕੰਟਰੋਵਰਸੀ ਇਹਦੇ ਉੱਪਰ ਹੋਈ ਸੀਗੀ। ਤੁਹਾਨੂੰ ਯਾਦ ਹੋਊਗਾ 2008 ਦੇ ਵਿੱਚ ਮੁੰਬਈ ਦੇ ਉੱਪਰ ਹਮਲਾ ਹੋਇਆ ਸੀਗਾ, ਕਸਾਬ ਨਾਮਕ ਇੱਕ ਅੱਤਵਾਦੀ ਫੜਿਆ ਗਿਆ ਸੀਗਾ। ਤੇ ਉਦੋਂ ਬਾਅਦ ਕਿਉਂਕਿ ਮੀਡੀਆ ਜਿਹੜਾ ਸੀਗਾ, ਕਿਉਂਕਿ ਮੀਡੀਆ ਕੀ ਕਹਿੰਦਾ ਵੀ ਸਾਨੂੰ, ਇਲੈਕਟ੍ਰੋਨਿਕ ਮੀਡੀਆ ਕੀ ਕਹਿੰਦਾ, ਜਾਂ ਕੋਈ ਵੀ ਮੀਡੀਆ ਜਿਹੜਾ ਉਹ ਕਹਿੰਦਾ ਵੀ ਸਾਨੂੰ ਲਾਈਵ ਦਿਖਾਉਣ ਦਾ ਅਧਿਕਾਰ ਹੈ, ਠੀਕ ਹੈ। ਤਾਂ ਇਹ ਸਾਡੇ ਵਿਚਾਰ ਅਤੇ ਸਵੈ ਪ੍ਰਗਟਾਵੇ ਦੀ ਸੁਤੰਤਰਤਾ ਦੇ ਵਿੱਚ ਆ ਜਾਂਦਾ ਹੈ, ਤੇ ਅਸੀਂ ਲਾਈਵ ਦਿਖਾ ਸਕਦੇ ਹਾਂ। ਉਹ ਲਾਈਵ ਜਦੋਂ ਦਿਖਾ ਰਹੇ ਸੀਗੇ ਜਿਹੜੇ ਪੁਲਿਸ ਆਫਿਸਰ ਸੀਗੇ ਉੱਥੋਂ ਦੇ, ਤਾਂ ਜਦੋਂ ਜੈਕਟ ਪਾ ਰਹੇ ਸੀਗੇ ਜਾਂ ਉਹ ਆਪਣੇ ਹਥਿਆਰ ਚੁੱਕ ਰਹੇ ਸੀਗੇ, ਤਾਂ ਉਹ ਲਾਈਵ ਦਿਖਾ ਰਹੇ ਸੀ ਵੀ ਕਿਸ ਤਰ੍ਹਾਂ ਦੇ ਹਥਿਆਰ ਚੁੱਕੇ ਜਾ ਰਹੇ ਨੇ। ਹੁਣ ਉਹਨੇ ਜਿਹੜੀ ਲਾਈਵ ਜਿਹੜੀ ਜੈਕਟ ਪਾ ਲਈ ਹੈ ਨਾ, ਕਿਸ ਤਰ੍ਹਾਂ ਦਾ ਮਤਲਬ ਉਹ ਕਾਰਵਾਈ ਕਰ ਰਹੇ ਸੀਗੇ। ਤਾਂ ਉਹਨਾਂ ਕਾਰਵਾਈਆਂ ਨੂੰ ਦੇਖ ਕੇ, ਲਾਈਵ ਦੇਖ ਕੇ ਅੱਤਵਾਦੀਆਂ ਨੇ ਉਹਨਾਂ ਨੂੰ ਸਪੈਸ਼ਲ ਤੌਰ ਤੇ ਨਿਸ਼ਾਨਾ ਬਣਾ ਲਿਆ, ਠੀਕ ਹੈ। ਤਾਂ ਇਹ ਮੰਗ ਉੱਠੀ ਸੀਗੀ ਵੀ ਇਸ ਤਰ੍ਹਾਂ ਦਾ ਜਿਹੜਾ ਅਧਿਕਾਰ ਹੈ ਉਹ ਨਹੀਂ ਹੋਣਾ ਚਾਹੀਦਾ ਹੈਗਾ, ਠੀਕ ਹੈ, ਜਿਹਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚ ਸਕੇ। ਹੁਣ ਇਹ ਸਾਨੂੰ ਬਹੁਤ ਪ੍ਰਕਾਰ ਦੀ ਸੁਤੰਤਰਤਾ ਸਾਨੂੰ ਇਸ ਵਿਚਾਰ ਅਤੇ ਸਵੈ ਪ੍ਰਗਟਾਵੇ ਦੀ ਸੁਤੰਤਰਤਾ ਦੇ ਵਿੱਚ ਹੀ ਮਿਲੀ ਹੋਈ ਹੈ। ਜਿਵੇਂ ਜਾਣਨ ਦੀ ਅਧਿਕਾਰ ਹੈਗਾ, ਠੀਕ ਹੈ, ਜਿਵੇਂ RTI ਐਕਟ ਹੈਗਾ, ਦੇਖੋ, ਠੀਕ ਹੈ। ਤਾਂ RTI ਜਿਹੜਾ ਐਕਟ ਹੈਗਾ 2005 ਦੇ ਵਿੱਚ ਇੰਪਲੀਮੈਂਟ ਹੋਇਆ ਸੀਗਾ, ਠੀਕ ਹੈ। ਇਹਦੇ ਤਹਿਤ ਅਸੀਂ ਸੂਚਨਾ ਲੈ ਸਕਦੇ ਹਾਂ, ਜਾਣ ਸਕਦੇ ਹਾਂ, ਠੀਕ ਹੈ। ਸਰਕਾਰੀ ਯੋਜਨਾਵਾਂ ਬਾਰੇ ਜਾਣ ਸਕਦੇ, ਜਾਂ ਸਰਕਾਰ ਨੇ ਕੀ ਕੀਤਾ ਉਹਦੇ ਬਾਰੇ ਜਾਣ ਸਕਦੇ ਹਾਂ, ਜਾਂ ਸਰਕਾਰ ਦੀ ਨੀਤੀਆਂ ਬਾਰੇ ਜਾਣ ਸਕਦੇ ਹਾਂ ਅਸੀਂ, ਠੀਕ ਹੈ। ਤਾਂ ਇਹ ਸਾਨੂੰ ਆਰਟੀਕਲ ਨੰਬਰ 19 ਦੇ ਵਿੱਚ ਵਿਚਾਰ ਅਤੇ ਸਵੈ ਪ੍ਰਗਟਾਵੇ ਦੀ ਸੁਤੰਤਰਤਾ ਦੇ ਤਹਿਤ ਅਧਿਕਾਰ ਸਾਨੂੰ ਮਿਲਦੇ ਆ। ਹੁਣ ਦੇਖਦੇ ਹਾਂ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਮਰੀਕਾ ਦੇ ਨਾਗਰਿਕਾਂ ਦੀ ਤਰ੍ਹਾਂ ਸਾਡੇ ਭਾਰਤ ਦੇ ਨਾਗਰਿਕਾਂ ਦੇ ਅਧਿਕਾਰ ਇੰਨੇ ਜ਼ਿਆਦਾ ਸੁਤੰਤਰ ਨਹੀਂ ਹੈਗੇ, ਭਾਵੇਂ ਮੂਲ ਨੇ ਇਹ, ਪਰ ਇਹ ਸਭ ਤੋਂ ਉੱਪਰ ਨਹੀਂ ਹੈਗੇ, ਠੀਕ ਹੈ। ਵੀ ਇਹ ਨਹੀਂ ਹੈਗਾ ਵੀ ਸਾਨੂੰ ਅਧਿਕਾਰ ਮਿਲੇ ਹੋਏ ਨੇ ਪਰ ਅਸੀਂ ਦੂਸਰੇ ਦੇ ਅਧਿਕਾਰਾਂ ਨੂੰ ਖਤਮ ਕਰ ਦਾਂਗੇ, ਜਾਂ ਸਾਨੂੰ ਸੁਤੰਤਰਤਾ ਮਿਲੀ ਹੋਈ ਹੈ ਅਸੀਂ ਦੂਸਰੀ ਦੀ ਸੁਤੰਤਰਤਾ ਨੂੰ ਖਤਮ ਕਰ ਦਾਂਗੇ। ਤਾਂ ਕੁਝ ਰੋਕਾਂ ਵੀ ਨੇ, ਜਿਵੇਂ ਜੇ ਤੁਹਾਡਾ ਕੋਈ ਵੀ ਵਿਚਾਰ, ਤੁਹਾਡਾ ਕੋਈ ਵੀ ਸਵੈ ਪ੍ਰਗਟਾਵਾ ਦੇਸ਼ ਦੀ ਏਕਤਾ ਤੇ ਅਖੰਡਤਾ ਜਾਂ ਉਹਦੀ ਪ੍ਰਭੁੱਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਹਦੇ ਉੱਪਰ ਰੋਕ ਲਾਈ ਜਾ ਸਕਦੀ ਹੈ। ਦੇਸ਼ ਦੀ ਰੱਖਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ, ਠੀਕ ਹੈ। ਤੁਹਾਡੇ ਕਿਸੇ ਵਿਚਾਰ ਦੇ ਨਾਲ, ਤੁਹਾਡੇ ਸਵੈ ਪ੍ਰਗਟਾਵੇ ਦੇ ਨਾਲ ਵਿਦੇਸ਼ੀ ਰਾਜਾਂ ਦੇ ਨਾਲ ਜਿਹੜੇ ਸਾਡੇ ਮਿੱਤਰਤਾਪੂਰਨ ਸੰਬੰਧ ਨੇ, ਸਾਡੇ ਸੰਬੰਧ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਦਾ ਹੈ, ਤਾਂ ਤੁਹਾਡੇ ਵਿਚਾਰਾਂ ਦੇ ਉੱਪਰ ਰੋਕ ਲਾਈ ਜਾ ਸਕਦੀ ਹੈ। ਇਹਦੇ ਨਾਲ ਲੋਕ ਵਿਵਸਥਾ ਦੇ ਵਿੱਚ ਕੋਈ ਨੁਕਸਾਨ ਪਹੁੰਚਦਾ ਹੈ, ਠੀਕ ਹੈ ਜੀ। ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਨੁਕਸਾਨ ਪਹੁੰਚਦਾ ਹੈ, ਠੀਕ ਹੈ। ਸ਼ਿਸ਼ਟਾਚਾਰ ਦੇ ਵਿੱਚ ਜਾਂ ਸਦਾਚਾਰ, ਨੈਤਿਕਤਾ ਨੂੰ ਨੁਕਸਾਨ ਪਹੁੰਚਦਾ ਕਿਸੇ ਗੱਲ ਨੂੰ ਲੈ ਕੇ, ਤੁਹਾਡੇ ਵਿਚਾਰਾਂ ਨੂੰ, ਜਾਂ ਫਿਰ ਤੁਸੀਂ ਅਦਾਲਤਾਂ ਦਾ ਤਿਰਸਕਾਰ ਕਰਦੇ ਹੋ, ਕੋਰਟ ਆਫ ਕੰਟੈਂਪਟ ਹੋ ਜਾਂਦਾ ਹੈਗਾ, ਠੀਕ ਹੈ। ਤੁਸੀਂ ਆਪਣੇ ਵਿਚਾਰਾਂ ਨਾਲ ਕੋਰਟ ਦੀ ਮਤਲਬ ਇਨਸਲਟ ਨਹੀਂ ਕਰ ਸਕਦੇ, ਜਾਂ ਉੱਥੇ ਕੋਰਟ ਆਫ ਕੰਟੈਂਪਟ ਨਹੀਂ ਕਰ ਸਕਦੇ ਤੁਸੀਂ, ਠੀਕ ਹੈ। ਤਾਂ ਉਹਦੇ ਫਿਰ ਤੁਹਾਡੇ ਖਿਲਾਫ ਕੀ ਹੋ ਜਾਊਗਾ, ਇੱਕ ਕੇਸ ਦਰਜ ਹੋ ਜਾਊਗਾ, ਠੀਕ ਹੈ। ਜਾਂ ਫਿਰ ਤੁਸੀਂ ਕਿਸੇ ਨੂੰ ਗਾਲਾਂ ਨਹੀਂ ਕੱਢ ਸਕਦੇ। ਹੁਣ ਮੰਨ ਲਓ ਮੈਂ ਕਹਾਂ ਵੀ ਮੇਰਾ ਤਾਂ ਵਿਚਾਰ ਹੈ ਜੀ, ਮੈਂ ਤਾਂ ਗਾਲਾਂ ਕੱਢੂੰਗਾ, ਹੈ ਨਾ, ਤੇ ਉਹ ਕਹੂਗਾ ਭਾਈ ਤੂੰ ਮੈਨੂੰ ਗਾਲਾਂ ਕਿਵੇਂ ਕੱਢੇਗਾ, ਕਹੂਗਾ ਜੀ ਸਾਡਾ ਹੀ ਆਰਟੀਕਲ ਨੰਬਰ 19 ਦੇ ਵਿੱਚ ਸਾਨੂੰ ਦਿੱਤਾ ਗਿਆ ਨਾ ਵੀ ਸਾਨੂੰ ਅਧਿਕਾਰ ਹੈ ਜੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਤੁਸੀਂ ਕਿਸੇ ਵੀ ਇਸ ਪ੍ਰਕਾਰ ਦਾ ਵਿਚਾਰ ਨਹੀਂ ਪ੍ਰਗਟ ਕਰ ਸਕਦੇ ਹੈਗੇ ਜਿਹਦੀ ਕਿਸੇ ਤੁਹਾਡੇ ਵਿਚਾਰ ਦੇ ਨਾਲ ਦੂਸਰੇ ਦੀ ਮਾਨਹਾਨੀ ਹੋਵੇ, ਜਾਂ ਉਹਦੀ ਮਾਨ ਇੱਜ਼ਤ ਨੂੰ ਕੋਈ ਨੁਕਸਾਨ ਪਹੁੰਚਦਾ ਹੋਵੇ। ਤਾਂ ਇਹ ਕੁਝ ਰੋਕਾਂ ਦੇ ਨਾਲ ਸਾਨੂੰ ਮਿਲਿਆ ਹੋਇਆ ਹੈਗਾ। ਇਹ ਨਹੀਂ ਹੈਗਾ ਵੀ ਇਹ ਸਾਡੇ ਦਿਮਾਗ ਦੇ ਵਿੱਚ ਕੁਛ ਆਇਆ ਤੇ ਸਾਡਾ ਵਿਚਾਰ ਕਰਦਾ ਜੀ, ਸਾਡਾ ਜੀ ਕਰੀ ਜਾਂਦਾ ਜੀ ਗਾਲਾਂ ਕੱਢਣੀਆਂ ਨੇ, ਨਹੀਂ,
ਉਹ ਨਹੀਂ ਕਰ ਸਕਦੇ ਤੁਸੀਂ, ਠੀਕ ਹੈ ਨਾ। ਤਾਂ ਇਹ ਕੁਝ ਰੋਕਾਂ ਦੇ ਨਾਲ ਹੈਗਾ। ਤਾਂ ਇਹਦੇ 'ਚ ਤੁਸੀਂ ਰੋਕਾਂ ਦੇਖ ਲਓ ਕਿਹੜੀਆਂ ਨੇ। ਜੇ ਤੁਹਾਡਾ ਵਿਚਾਰ, ਤੁਹਾਡਾ ਸਵੈ ਪ੍ਰਗਟਾਵਾ ਦੇਸ਼ ਦੀ ਏਕਤਾ, ਅਖੰਡਤਾ ਨੂੰ, ਪ੍ਰਭੁਤਾ ਨੂੰ ਨੁਕਸਾਨ ਕਰਦਾ ਹੈ, ਉਹਦੀ ਸਿਕਿਉਰਿਟੀ ਨੂੰ ਨੁਕਸਾਨ ਕਰਦਾ ਹੈ, ਉਹਦੇ ਨਾਲ ਤੁਹਾਡੇ ਵਿਚਾਰਾਂ ਦੇ ਨਾਲ ਵਿਦੇਸ਼ੀ ਸੰਬੰਧਾਂ ਨੂੰ ਕਿਤੇ ਨੁਕਸਾਨ ਪਹੁੰਚਦਾ ਹੈ, ਠੀਕ ਹੈ ਜੀ, ਲੋਕ ਵਿਵਸਥਾ ਦੇ ਵੀ ਨੁਕਸਾਨ ਪਹੁੰਚਦਾ ਹੈ, ਤਾਂ ਤੁਹਾਡੇ ਅਧਿਕਾਰਾਂ ਨੂੰ, ਇਹਨਾਂ ਨੂੰ, ਤੁਹਾਡੀ ਸੁਤੰਤਰਤਾ ਨੂੰ ਕੀ ਕੀਤਾ ਜਾ ਸਕਦਾ ਹੈਗਾ, ਰੋਕਿਆ ਵੀ ਜਾ ਸਕਦਾ ਹੈਗਾ, ਠੀਕ ਹੈ। ਨੈਕਸਟ ਗੱਲ ਕਰਦੇ ਆਪਾਂ ਆਰਟੀਕਲ ਨੰਬਰ 19B ਦੇ ਵਿੱਚ ਕੀਤਾ ਗਿਆ ਸ਼ਾਂਤੀਪੂਰਨ ਸੰਮੇਲਨ ਕਰਨ ਦੀ ਸੁਤੰਤਰਤਾ, ਠੀਕ ਹੈ। ਵੀ ਤੁਸੀਂ ਸ਼ਾਂਤੀਪੂਰਨ ਸੰਮੇਲਨ ਕਰ ਸਕਦੇ ਹੋ, ਠੀਕ ਹੈ, ਸਾਨੂੰ ਅਧਿਕਾਰ ਮਿਲਦਾ ਹੈ, ਠੀਕ ਹੈ। ਪਰ ਸਾਨੂੰ ਹੜਤਾਲ ਕਰਨ ਦਾ ਅਧਿਕਾਰ ਨਹੀਂ ਮਿਲਦਾ ਹੈਗਾ। ਦੇਖੋ ਇਹਦੇ ਵਿੱਚ ਹੈ, ਠੀਕ ਹੈ, ਵੀ ਹੜਤਾਲ ਕਰ ਸਕਦੇ ਹਾਂ ਅਸੀਂ। ਸ਼ਾਂਤੀਪੂਰਨ ਸੰਮੇਲਨ ਦਾ ਮਤਲਬ ਕੀ ਹੈ? ਸਾਡਾ ਜਿਹੜਾ ਸੰਵਿਧਾਨ ਹੈ ਸਾਨੂੰ ਸ਼ਾਂਤੀਪੂਰਨ ਸੰਮੇਲਨ ਕਰਨ ਦਾ ਅਧਿਕਾਰ ਦਿੰਦਾ ਹੈ। ਹੁਣ ਜਿਵੇਂ ਲੇਟੈਸਟ ਤੁਸੀਂ ਦੇਖੋ ਵੀ ਜੇ ਸਾਡੀ ਕਿਸਾਨ ਮੂਵਮੈਂਟ ਸਫਲ ਰਹੀ ਹੈ, ਠੀਕ ਹੈ, ਕਿਸਾਨ ਅੰਦੋਲਨ ਸਫਲ ਰਿਹਾ ਹੈਗਾ, ਤਾਂ ਉਹਦੇ ਪਿੱਛੇ ਕੀ ਕਾਰਨ ਸੀਗਾ? ਉਹ ਸੀ ਸ਼ਾਂਤੀਪੂਰਨ ਸੰਮੇਲਨ, ਠੀਕ ਹੈ, ਸ਼ਾਂਤੀਪੂਰਨ। ਜੇ ਕਿਤੇ ਕਿਸਾਨ ਫਰਜ਼ ਕਰੋ ਹਥਿਆਰ ਲੈ ਕੇ ਚਲੇ ਜਾਂਦੇ ਜਾਂ ਅਸ਼ਾਂਤੀਪੂਰਨ ਸੰਮੇਲਨ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਕੀ ਉਹ ਸੰਮੇਲਨ ਕਦੇ ਕਾਮਯਾਬ ਹੋ ਸਕਦਾ ਸੀਗਾ? ਕੀ ਸੰਵਿਧਾਨ ਉਹਨਾਂ ਨੂੰ ਅਸ਼ਾਂਤੀਪੂਰਨ ਸੰਮੇਲਨ ਕਰਨ ਦੀ ਆਗਿਆ ਪ੍ਰਦਾਨ ਕਰਦਾ ਹੈਗਾ? ਕਦੇ ਨਹੀਂ ਕਰਦਾ, ਠੀਕ ਹੈ। ਤਾਂ ਆਰਟੀਕਲ ਨੰਬਰ 19B ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਹੈ ਵੀ ਜਦੋਂ ਵੀ ਤੁਸੀਂ ਕੋਈ ਪ੍ਰੋਟੈਸਟ ਕਰਨਾ ਹੈਗਾ, ਤਾਂ ਉਹ ਤੁਸੀਂ ਕੋਈ ਧਰਨਾ ਲਾਉਣਾ ਹੈਗਾ ਜਾਂ ਕੋਈ ਵੀ ਪ੍ਰਦਰਸ਼ਨ ਕਰਨਾ ਤੁਸੀਂ, ਤਾਂ ਉਹ ਸ਼ਾਂਤੀਪੂਰਨ ਹੋਣਾ ਚਾਹੀਦਾ ਹੈਗਾ, ਠੀਕ ਹੈ। ਜੇ ਤੁਹਾਡਾ ਕੋਈ ਪ੍ਰਦਰਸ਼ਨ ਅੱਗੇ ਇਹਤੇ ਰੋਕਾਂ ਕਿਸ ਪ੍ਰਕਾਰ ਦੀਆਂ ਨੇ? ਜੇ ਤੁਹਾਡਾ ਕੋਈ ਪ੍ਰਦਰਸ਼ਨ ਦੇਸ਼ ਦੀ ਏਕਤਾ, ਅਖੰਡਤਾ, ਪ੍ਰਭੁਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਫਿਰ ਉਹ ਲੋਕ ਵਿਵਸਥਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਠੀਕ ਹੈ, ਤਾਂ ਉਸ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ, ਠੀਕ ਹੈ। ਤਾਂ ਇਹ ਸਾਨੂੰ ਸੁਤੰਤਰਤਾ ਇਸ ਪ੍ਰਕਾਰ ਦੀ ਸਾਨੂੰ ਮਿਲਦੀ ਹੈ ਆਰਟੀਕਲ ਨੰਬਰ 19B ਦੇ ਵਿੱਚ। 19C ਕੀ ਕਹਿੰਦਾ ਹੈ? ਸੰਗਠਨ ਜਾਂ ਸੰਘ ਬਣਾਉਣ ਦੀ, ਠੀਕ ਹੈ। ਸੰਗਠਨ ਜਾਂ ਸੰਘ ਬਣਾਉਣ ਦੀ ਸਾਨੂੰ ਸੁਤੰਤਰਤਾ ਪ੍ਰਦਾਨ ਕਰਦਾ ਹੈ। ਹੁਣ ਜੇ ਤੁਸੀਂ PCS ਵਗੈਰਾ ਜਾਂ IAS ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਉੱਥੇ ਤੁਹਾਨੂੰ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ। ਜਿਵੇਂ ਤੁਹਾਨੂੰ ਪੁੱਛੂਗਾ ਵੀ ਆਰਟੀਕਲ ਨੰਬਰ 19C ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਰੋਕਾਂ ਲੱਗੀਆਂ ਹੋਈਆਂ ਨੇ, ਠੀਕ ਹੈ। ਤਾਂ ਇੱਥੇ ਦੇਖੋ 3 ਪ੍ਰਕਾਰ ਦੀ ਰੋਕ ਹੈ। ਆਰਟੀਕਲ ਨੰਬਰ ਜਿਹੜਾ 19B ਸੀਗਾ ਉਹਦੇ 'ਚ 2 ਪ੍ਰਕਾਰ ਦੀ ਰੋਕ ਹੈ, ਠੀਕ ਹੈ। ਤਾਂ ਇਹ ਰੋਕਾਂ ਬਾਰੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਇੱਥੇ। ਪਰ ਹੁਣ ਜੇ ਆਪਾਂ ਮਾਸਟਰ ਕੇਡਰ ਜਾਂ ਲੈਕਚਰਰ ਦੀ ਤਿਆਰੀ ਕਰ ਰਹੇ ਹਾਂ, ਤਾਂ ਹੋ ਸਕਦਾ ਵੀ ਇਸ ਤਰ੍ਹਾਂ ਦਾ ਕੁਐਸਚਨ ਉੱਥੇ ਨਾ ਪੁੱਛਿਆ ਜਾਵੇ। ਉਸ ਨੂੰ ਪੁੱਛ ਲਏ ਸਿਰਫ ਵੀ ਆਰਟੀਕਲ ਨੰਬਰ 19C ਦੇ ਵਿੱਚ ਕੀ ਦਿੱਤਾ ਗਿਆ ਜਾਂ ਉਹਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਹੈਗਾ, ਠੀਕ ਹੈ। ਤਾਂ 19C ਕੀ ਕਹਿ ਰਿਹਾ? ਸੰਗਠਨ ਜਾਂ ਸੰਘ ਬਣਾਉਣ ਦੀ ਸੁਤੰਤਰਤਾ। ਤਾਂ ਇੱਥੇ ਕੀ ਹੈ? ਦੇਖੋ ਹੁਣ ਭਾਰਤ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਹੈਗੀਆਂ ਨੇ। ਅਸੀਂ ਇਸ ਕਰਕੇ ਭਾਰਤ ਨੂੰ ਬਹੁਤ ਪਾਰਟੀਆਂ ਦਾ ਦੇਸ਼ ਮੰਨਦੇ ਹਾਂ ਨਾ, ਵੀ ਜਦੋਂ ਕੋਈ ਬੰਦਾ ਘਰੋਂ ਰੁੱਸ ਕੇ ਵਗ ਜਾਂਦਾ ਉਹ ਨਵੀਂ ਪਾਰਟੀ ਬਣਾ ਲੈਂਦਾ ਹੈ ਨਾ, ਠੀਕ ਹੈ। ਤਾਂ ਇਹ ਪਾਰਟੀਆਂ ਬਹੁਤ ਨੇ ਸਾਡੇ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਨਾ। ਪੰਜਾਬ 'ਚ ਬਹੁਤ ਪਾਰਟੀਆਂ ਨੇਗੀਆਂ ਨਾ, ਕਈ ਪਾਰਟੀਆਂ ਦਾ ਅਸੀਂ ਨਾਮ ਹੀ ਨਹੀਂ ਜਾਣਦੇ ਹੋਵਾਂਗੇ, ਪਰ ਰਜਿਸਟਰਡ ਨਹੀਂ ਹੈ ਇਲੈਕਸ਼ਨ ਕਮਿਸ਼ਨ ਕੋਲੇ, ਹੈ ਨਾ। ਤਾਂ ਸਾਨੂੰ ਜਿਹੜਾ ਆਰਟੀਕਲ ਨੰਬਰ 19C ਹੈ, ਇਹ ਸਾਨੂੰ ਸੁਤੰਤਰਤਾ ਪ੍ਰਦਾਨ ਕਰਦਾ ਹੈਗਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਸੰਘ ਹੈ ਜਾਂ ਅਸੀਂ ਸੰਗਠਨ ਜਿਹੜਾ ਉਹ ਬਣਾ ਸਕਦੇ ਹਾਂ, ਠੀਕ ਹੈ। ਸੰਗਠਨ ਭਾਵੇਂ ਉਹ ਜਾਤੀ ਆਧਾਰ ਤੇ ਹੋਵੇ, ਚਾਹੇ ਉਹ ਧਾਰਮਿਕ ਆਧਾਰ ਤੇ ਹੋਵੇ, ਠੀਕ ਹੈ ਨਾ, ਅਸੀਂ ਬਣਾ ਸਕਦੇ ਹਾਂ। ਜਿਵੇਂ ਬਹੁਤ ਸਾਰੇ ਤੁਸੀਂ ਦੇਖੇ ਹੋਣਗੇ ਸੰਗਠਨ ਬੜੇ ਹੋਏ ਨੇ, ਠੀਕ ਹੈ। ਅਗਰਵਾਲ ਸਭਾ ਬਣੀ ਹੋਈ ਹੈ, ਯਾਦਵ ਮਹਾਸਭਾ ਬਣੀ ਹੋਈ ਹੈ, ਜੱਟ ਮਹਾਸਭਾ ਬਣੀ ਹੋਈ ਹੈ, ਵਪਾਰਕ ਤੌਰ ਤੇ ਵਪਾਰੀ ਸੰਗਠਨ ਬਣੇ ਹੋਏ ਨੇ, ਠੀਕ ਹੈ। ਸਟੂਡੈਂਟ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇਗੀਆਂ ਜਾਂ ਅਧਿਆਪਕਾਂ ਦੀ ਯੂਨੀਅਨਸ ਬਣੀਆਂ ਹੋਈਆਂ ਨੇਗੀਆਂ, ਕਿਸਾਨ ਯੂਨੀਅਨ ਬਹੁਤ ਸਾਰੀਆਂ ਬਣੀਆਂ ਹੋਈਆਂ ਨੇਗੀਆਂ। ਤਾਂ ਸਾਨੂੰ ਆਰਟੀਕਲ ਨੰਬਰ ਜਿਹੜਾ 19C ਹੈ, ਸਾਨੂੰ ਇਹ ਇੱਕ ਸੰਗਠਨ ਜਾਂ ਸੰਘ ਬਣਾਉਣ ਦੀ ਸੁਤੰਤਰਤਾ ਉਹ ਪ੍ਰਦਾਨ ਕਰਦਾ ਹੁੰਦਾ ਹੈ। ਪਰ ਇਹਦੇ ਉੱਪਰ ਵੀ ਰੋਕਾਂ ਨੇਗੀਆਂ। ਜਿਹੜਾ ਤੁਹਾਡਾ ਸੰਗਠਨ ਹੈ ਜਾਂ ਜਿਹੜਾ ਤੁਹਾਡਾ ਸੰਘ ਹੈਗਾ, ਤੁਸੀਂ ਜੋ ਵੀ ਸੰਗਠਨ ਬਣਾਇਆ ਜਾਂ ਸੰਘ ਬਣਾਇਆ ਹੈਗਾ, ਉਹ ਦੇਸ਼ ਦੀ ਪ੍ਰਭੁਤਾ ਤੇ ਉਹਦੀ ਏਕਤਾ, ਅਖੰਡਤਾ ਨੂੰ ਨੁਕਸਾਨ ਨਾ ਕਰਦਾ ਹੋਵੇ, ਉਹ ਲੋਕ ਵਿਵਸਥਾ ਨੂੰ ਨੁਕਸਾਨ ਨਾ ਕਰਦਾ ਹੋਵੇ। ਤੁਹਾਡੇ ਸੰਗਠਨ ਜਾਂ ਸ਼ਿਸ਼ਟਾਚਾਰ, ਜਿਹੜਾ ਤੁਹਾਡਾ ਸੰਗਠਨ ਹੈ ਉਹ ਸ਼ਿਸ਼ਟਾਚਾਰ ਤੇ ਨੈਤਿਕਤਾ ਨੂੰ ਨੁਕਸਾਨ ਨਾ ਕਰਦਾ ਹੋਵੇ। ਹੁਣ ਜੇ ਤੁਸੀਂ ਕਹੋਗੇ ਜੀ ਮੈਂ ਤਾਂ ਜੀ ਇੱਕ ਅੱਤਵਾਦੀ ਸੰਗਠਨ ਬਣਾ ਰਿਹਾ, ਠੀਕ ਹੈ, ਤੇ ਹੁਣ ਦੇਸ਼ ਦੀ ਪ੍ਰਭੁਤਾ ਤੇ ਅਖੰਡਤਾ ਨੂੰ ਨੁਕਸਾਨ ਕਰੂਗਾ ਉਹ। ਤੁਸੀਂ ਕਹੋਗੇ ਜੀ ਮੈਂ ਤਾਂ ਮਤਲਬ ਕੋਈ ਇਸ ਤਰ੍ਹਾਂ ਸੰਗਠਨ ਬਣਾ ਰਿਹਾ ਹੈਗਾ ਜਿਹੜਾ ਲੋਕਾਂ ਦੇ ਅੰਦਰ ਅਨੈਤਿਕ ਕੰਮ ਅਸੀਂ ਕਰਨੇ ਹੈਗੇ, ਉਹਦਾ ਸੰਗਠਨ ਅਸੀਂ ਬਣਾ ਲਿਆ ਇੱਕ, ਠੀਕ ਹੈ। ਜਾਂ ਅਸੀਂ ਕੋਈ ਗੰਦੇ ਕੰਮ ਕਰਨਾ ਅਸੀਂ ਸੰਗਠਨ ਬਣਾ ਲਿਆ ਨਾ, ਤਾਂ ਅਸੀਂ ਉਹ ਨਹੀਂ, ਠੀਕ ਹੈ ਜੀ। ਤਾਂ ਇੱਥੇ 3 ਆਧਾਰ ਦੇ ਉੱਪਰ ਤੁਹਾਡੇ ਉਹਨਾਂ ਸੰਗਠਨ ਜਾਂ ਸੰਘ ਬਣਾਉਣ ਦੇ ਉੱਪਰ ਰੋਕ ਲਾ ਦਿੱਤੀ ਜਾਊਗੀ। ਤੁਹਾਨੂੰ ਇਹ ਸੁਤੰਤਰਤਾ ਰੋਕ ਦਿੱਤੀ ਜਾਊਗੀ ਤੁਹਾਡੀ, ਇਹਨੂੰ ਇੱਕ ਸਸਪੈਂਡ ਕਰਤਾ ਜਾਊਗਾ ਜਾਂ ਇਹਨੂੰ ਫਿਰ ਰੋਕ ਦਿੱਤਾ ਜਾਊਗਾ, ਠੀਕ ਹੈ। ਤਾਂ ਯਾਦ ਰੱਖਣਾ ਜੀ, ਇਹ ਸੰਗਠਨ ਜਾਂ ਸੰਘ ਬਣਾਉਣ ਦੀ ਮਿਲਦੀ ਹੈ, ਪਰ ਰੋਕਾਂ ਦੇ ਨਾਲ ਮਿਲਦੀ ਸਾਨੂੰ ਇਹ। 19D ਕੀ ਕਹਿੰਦਾ ਹੈਗਾ? ਭਾਰਤ ਦੇ ਖੇਤਰ ਦੇ ਵਿੱਚ ਘੁੰਮਣ ਦੀ ਸੁਤੰਤਰਤਾ। ਹੁਣ 19D ਕੀ ਕਹਿੰਦਾ ਹੈ? ਵੀ ਤੁਸੀਂ ਬਿਨਾਂ ਕਿਸੇ ਰੋਕ ਦੇ ਭਾਰਤ ਦੇ ਵਿੱਚ ਘੁੰਮ ਫਿਰ ਸਕਦੇ ਹੋ, ਠੀਕ ਹੈ। ਤੁਸੀਂ ਘੁੰਮ ਫਿਰ ਸਕਦੇ ਹੋਗੇ, ਤੁਹਾਨੂੰ ਇਹ ਸੁਤੰਤਰਤਾ ਮਿਲਦੀ ਹੈ। ਤੁਸੀਂ ਅਮਰੀਕਾ, ਤੁਸੀਂ ਭਾਵੇਂ ਭਾਰਤ ਦੇ ਅਸਾਮ 'ਚ ਚਲੇ ਜਾਓ, ਭਾਵੇਂ ਤੁਸੀਂ ਜੰਮੂ ਕਸ਼ਮੀਰ ਚਲੇ ਜਾਓ, ਭਾਵੇਂ ਤੁਸੀਂ ਕੇਰਲਾ ਚਲੇ ਜਾਓ, ਗੁਜਰਾਤ ਚਲੇ ਜਾਓ, ਅਰੁਣਾਚਲ ਚਲੇ ਜਾਓ, ਠੀਕ ਹੈ। ਪਰ ਇਹਦੇ ਵਿੱਚ ਵੀ ਰੋਕਾਂ ਨੇ। ਹੁਣ ਤੁਸੀਂ ਕਹੋਗੇ ਜੀ ਮੈਂ ਤਾਂ ਜੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਘਰ ਘੁੰਮ ਕੇ ਆਊਂਗਾ, ਹੈ ਨਾ, ਜਾਂ ਉਹਦਾ ਬੈਡਰੂਮ ਦੇਖ ਕੇ ਆਊਂਗਾ ਮੈਂ ਤਾਂ, ਹੈ ਨਾ।
ਤਾਂ ਇਹ ਗੱਲਾਂ ਨਹੀਂ ਹੋ ਸਕਦੀਆਂ ਨਾ। ਤਾਂ ਦੇਖੋ ਇੱਥੇ ਵੀ ਕੁਝ ਰੋਕਾਂ ਨੇਗੀਆਂ, ਇੱਥੇ ਰੋਕਾਂ ਕੀ ਨੇਗੀਆਂ ਵੀ ਸਧਾਰਨ ਜਨਤਾ ਦੇ ਹਿੱਤ ਵਿੱਚ ਜੇ ਤੁਹਾਡੇ ਘੁੰਮਣ ਫਿਰਨ ਦੇ ਨਾਲ ਸਧਾਰਨ ਜਨਤਾ ਨੂੰ ਕੋਈ ਨੁਕਸਾਨ ਹੋ ਰਿਹਾ ਹੈਗਾ, ਠੀਕ ਹੈ, ਜਾਂ ਫਿਰ ਤੁਸੀਂ ਕਹੋਗੇ ਜੀ ਮੈਂ ਤਾਂ ਕਿਸੇ ਅਨੁਸੂਚਿਤ ਜਾਤੀ, ਹੁਣ ਅਨੁਸੂਚਿਤ ਜਾਤੀ ਇੱਥੇ ਪਰਟੀਕੂਲਰ ਕਿਉਂ ਲਿਖਿਆ ਗਿਆ ਕਿਉਂਕਿ ਬਹੁਤ ਸਾਰੀਆਂ ਅਨੁਸੂਚਿਤ ਜਾਤੀਆਂ ਇਸ ਪ੍ਰਕਾਰ ਦੀਆਂ ਨੇਗੀਆਂ ਭਾਰਤ ਦੇ ਵਿੱਚ, ਠੀਕ ਹੈ, ਜਿਵੇਂ ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਜਾਰਵਾ ਜਨਜਾਤੀ ਹੈ ਨਾ, ਤਾਂ ਉਹ ਮਤਲਬ ਉਹ ਇਸ ਤਰ੍ਹਾਂ ਦੀ ਜਨਜਾਤੀਆਂ ਨੇ ਜਿਨ੍ਹਾਂ ਨੂੰ ਖਤਰਾ ਹੈਗਾ। ਖਤਰਾ ਮੀਨਸ ਵੀ ਉਹ ਅਲੋਪ ਹੋਣ ਦੇ ਕਿਨਾਰੇ ਤੇ ਨੇਗੀਆਂ, ਉਹਨਾਂ ਦੀ ਆਪਣੀ ਸੰਸਕ੍ਰਿਤੀ ਹੁੰਦੀ, ਉਹਨਾਂ ਦਾ ਆਪਣਾ ਭਾਸ਼ਾ ਹੁੰਦੀ, ਉਹਨਾਂ ਦੀ ਆਪਣੀ ਬੋਲੀ ਹੁੰਦੀ ਹੈ, ਸਭ ਕੁਝ ਹੁੰਦਾ ਨਾ ਆਪਣਾ ਨਾ, ਤਾਂ ਉਹ ਕਿਸੇ ਦੇ ਹੋਰ ਇੰਟਰਫੇਰੈਂਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ। ਤੇ ਤੁਸੀਂ ਕਹੋਗੇ ਜੀ ਮੈਂ ਤਾਂ ਉਸ ਏਰੀਆ 'ਚ ਘੁੰਮਣ ਜਾਣਾ ਹੈਗਾ, ਹਨਾ, ਤਾਂ ਸਰਕਾਰ ਤੁਹਾਨੂੰ ਉਸ ਏਰੀਆ ਦੇ ਵਿੱਚ ਘੁੰਮਣ ਤੋਂ ਰੋਕ ਸਕਦੀ ਹੈ, ਤੁਹਾਨੂੰ ਉਸ ਏਰੀਆ ਦੇ ਵਿੱਚ ਜਾਣ ਤੋਂ ਰੋਕ ਸਕਦੀ ਹੈ। ਮਤਲਬ ਇਹ ਤੁਹਾਨੂੰ ਪੂਰੇ ਭਾਰਤ 'ਚ ਘੁੰਮਣ ਦੀ ਆਜ਼ਾਦੀ ਤਾਂ ਮਿਲੀ ਹੋਈ ਹੈ, ਪਰ ਕੁਝ ਰੋਕਾਂ ਦੇ ਨਾਲ ਮਿਲੀ ਹੋਈ ਹੈ, ਠੀਕ ਹੈ, ਜਿੱਥੇ ਲੱਗਦਾ ਹੈ ਵੀ ਸਧਾਰਨ ਜਨਤਾ ਨੂੰ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਜਨਜਾਤੀਆਂ ਦੇ ਏਰੀਆ ਦੇ ਵਿੱਚ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਲਈ ਤੁਹਾਨੂੰ ਉੱਥੇ ਜਾਣ ਤੋਂ ਰੋਕਿਆ ਜਾ ਸਕਦਾ ਹੈਗਾ। ਅੱਗੇ ਜੀ ਦੇਖਦੇ ਹਾਂ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਨਿਵਾਸ ਕਰਨ ਦੀ ਸੁਤੰਤਰਤਾ, ਠੀਕ ਹੈ। ਹੁਣ ਦੇਖੋ ਆਰਟੀਕਲ ਨੰਬਰ ਜਿਹੜਾ 19E ਹੈਗਾ, ਇਹ ਤੁਹਾਨੂੰ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਨਿਵਾਸ ਕਰਨ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ, ਠੀਕ ਹੈ, ਤੁਸੀਂ ਜਿੱਥੇ ਮਰਜ਼ੀ ਜਾ ਕੇ ਰਹਿ ਸਕਦੇ ਹੋ। ਅਮਰੀਕਾ ਦੀ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਦੋਹਰੀ ਨਾਗਰਿਕਤਾ ਨਹੀਂ ਹੈਗੀ, ਪੂਰੇ ਭਾਰਤ ਦੇ ਵਿੱਚ ਇਕਹਿਰੀ ਨਾਗਰਿਕਤਾ ਦਾ ਕੰਸੈਪਟ ਆਉਂਦਾ, ਤੁਹਾਨੂੰ ਪਤਾ ਹੈ। ਤੇ ਅਸੀਂ ਚਾਹੇ ਅਮਰੀਕਾ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਜੇ ਕੈਲੀਫੋਰਨੀਆ ਨੂੰ ਛੱਡ ਕੇ ਸੈਨ ਫਰਾਂਸਿਸਕੋ 'ਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਉੱਥੋਂ ਦੀ ਅਲੱਗ ਨਾਗਰਿਕਤਾ ਲੈਣੀ ਪੈਂਦੀ ਹੈ, ਪਰ ਜੇ ਤੁਸੀਂ ਕੇਰਲਾ ਨੂੰ ਛੱਡ ਕੇ ਗੁਜਰਾਤ 'ਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਲੱਗ ਨਾਗਰਿਕਤਾ ਦੀ ਲੋੜ ਨਹੀਂ ਹੈਗੀ ਇੱਥੇ, ਠੀਕ ਹੈ। ਤੁਹਾਨੂੰ ਕਿਸੇ ਵੀ ਖੇਤਰ 'ਚ ਜਾ ਕੇ ਤੁਸੀਂ ਨਿਵਾਸ ਕਰ ਸਕਦੇ ਹੋ, ਪਰ ਇੱਥੇ ਵੀ ਕੀ ਹੈ, ਜੇ ਤੁਹਾਡੇ ਨਿਵਾਸ ਦੇ ਨਾਲ ਸਧਾਰਨ ਜਨਤਾ ਨੂੰ ਕੋਈ ਨੁਕਸਾਨ ਪਹੁੰਚਦਾ ਹੈਗਾ ਜਾਂ ਤੁਸੀਂ ਤੁਸੀਂ ਕਹੋਗੇ ਜੀ ਮੈਂ ਤਾਂ ਅਨੁਸੂਚਿਤ ਜਾਤੀ ਵਾਲੇ ਏਰੀਆ 'ਚ ਜਾ ਕੇ ਰਹਿਣਾ ਹੈ ਨਾ, ਪਰ ਸਰਕਾਰ ਨੂੰ ਲੱਗਦਾ ਹੈ ਵੀ ਤੁਹਾਡੇ ਰਹਿਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਹਿੱਤ ਨੇ ਜਾਂ ਉਹਨਾਂ ਦੇ ਜਿਹੜੇ ਉਹਨੂੰ ਅਸੀਂ ਸੰਰਖਣ ਕਰਨ ਦੇ ਲਈ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦੇ ਨੇ, ਤਾਂ ਤੁਹਾਡੇ ਉਸ ਖੇਤਰ ਦੇ ਵਿੱਚ ਨਿਵਾਸ ਕਰਨ ਦੇ ਉੱਪਰ ਰੋਕ ਲਾਈ ਜਾ ਸਕਦੀ ਹੁੰਦੀ ਹੈ। ਨੈਕਸਟ ਹੈ ਹੁਣ E ਤੋਂ ਬਾਅਦ ਤੁਸੀਂ ਦੇਖੋ ਇੱਥੇ E ਹੈ, ਇਸ ਤੋਂ F ਨਹੀਂ ਆਇਆ ਹੈਗਾ। ਹੁਣ F ਕਿਉਂ ਨਹੀਂ ਆਇਆ ਹੈਗਾ ਕਿਉਂਕਿ F ਖਤਮ ਹੋ ਚੁੱਕਿਆ ਹੈ। ਖਤਮ ਦਾ ਮਤਲਬ ਸਾਨੂੰ ਪਤਾ ਹੈ ਵੀ 44 ਅਮੈਂਡਮੈਂਟ ਜਿਹੜੀ ਸੀਗੀ, 44 ਅਮੈਂਡਮੈਂਟ ਦੇ ਤਹਿਤ ਅਸੀਂ ਸਾਡੇ ਸੰਪत्ति ਦੇ ਅਧਿਕਾਰ ਨੂੰ ਖਤਮ ਕੀਤਾ ਸੀ, ਠੀਕ ਹੈ। ਸੰਪत्ति ਦੇ ਅਧਿਕਾਰ ਨੂੰ ਅਸੀਂ ਕੀ ਕੀਤਾ ਸੀ, ਖਤਮ ਕੀਤਾ ਸੀ, ਜਿਹਦਾ ਵਰਣਨ ਕੀਤਾ ਗਿਆ ਸੀਗਾ ਆਰਟੀਕਲ ਨੰਬਰ 31 ਦੇ ਵਿੱਚ ਤੇ ਆਰਟੀਕਲ ਨੰਬਰ 19F ਦੇ ਵਿੱਚ। ਇਹਦੇ ਤਹਿਤ ਸਾਨੂੰ ਸੰਪत्ति ਦੀ ਸੁਤੰਤਰਤਾ ਮਿਲਦੀ ਸੀਗੀ, ਤੇ ਹੁਣ ਜਦੋਂ ਸਾਨੂੰ ਸਾਡਾ ਅਧਿਕਾਰ ਆਰਟੀਕਲ ਨੰਬਰ 31 'ਚ ਖਤਮ ਹੋ ਗਿਆ ਤਾਂ ਫਿਰ ਨਾਲ ਹੀ ਇਹਦੀ ਸੰਪत्ति ਦੀ ਸਾਨੂੰ ਜਿਹੜੀ ਸੁਤੰਤਰਤਾ ਉਹ ਵੀ ਸਾਡੀ ਖਤਮ ਕਰ ਦਿੱਤੀ ਗਈ ਹੈ, ਤਾਂ ਧਿਆਨ ਰੱਖਣਾ ਜੀ। ਇਸ ਤੋਂ ਬਾਅਦ ਆਉਂਦਾ ਜੀ ਆਰਟੀਕਲ ਨੰਬਰ 19G, ਕੋਈ ਵੀ ਆਜੀਵਿਕਾ ਜਾਂ ਵਪਾਰ ਕਰਨ ਦੀ ਸੁਤੰਤਰਤਾ ਸਾਨੂੰ ਮਿਲਦੀ ਹੈ, ਠੀਕ ਹੈ। ਸਾਡੇ ਨਾਗਰਿਕਾਂ ਨੂੰ ਕਿਸੇ ਪ੍ਰਕਾਰ ਦੀ ਆਜੀਵਿਕਾ ਅਸੀਂ ਕਰ ਸਕਦੇ ਹਾਂ। ਮੰਨ ਲਓ ਮੈਂ ਆਰਮੀ 'ਚ ਜਾਣਾ ਚਾਹੁੰਦਾ ਤਾਂ ਮੇਰੀ ਮਰਜ਼ੀ ਹੈ ਵੀ ਮੈਂ ਆਰਮੀ 'ਚ ਜਾਵਾਂ, ਹੈ ਨਾ। ਮੈਂ ਟੀਚਰ ਬਣਨਾ ਚਾਹੁੰਦਾ ਤਾਂ ਮੇਰੀ ਮਰਜ਼ੀ ਹੈ ਮੈਂ ਟੀਚਰ ਬਣਾ। ਮੈਂ ਪੁਲਿਸ 'ਚ ਜਾਣਾ ਚਾਹੁੰਦਾ ਮੇਰੀ ਮਰਜ਼ੀ ਮੈਂ ਪੁਲਿਸ 'ਚ ਬਣਾ, ਮੈਂ ਡਾਕਟਰ ਬਣਾ, ਇੰਜੀਨੀਅਰ ਬਣਾ, ਹੈ ਨਾ। ਕੋਈ ਵੀ ਵਪਾਰ ਕਰਾਂ, ਮੈਂ ਰੇਹੜੀ ਲਾਵਾਂ, ਮੈਂ ਗੋਲ ਗੱਪੇ ਵੇਚਾਂ, ਮੈਂ ਚਾਟ ਵੇਚਾਂ, ਮੈਂ ਦਹੀਂ ਭੱਲੇ ਵੇਚਾਂ, ਹੈ ਨਾ, ਮੇਰੀ ਮਰਜ਼ੀ ਹੈ। ਮੈਂ ਸਬਜ਼ੀ ਵੇਚਾਂ, ਮੈਂ, ਹੈ ਨਾ, ਤਾਂ ਮੇਰੀ ਮਰਜ਼ੀ ਹੈ, ਠੀਕ ਹੈ। ਤਾਂ ਤੁਸੀਂ ਕੋਈ ਇਸ ਪ੍ਰਕਾਰ ਦਾ ਕੰਮ ਨਹੀਂ ਕਰ ਸਕਦੇ ਹੈਗੇ, ਇਹ ਵੀ ਰੋਕਾਂ ਦੇ ਨਾਲ ਹੈ। ਦੇਖੋ ਹਰੇਕ ਸੁਤੰਤਰਤਾ ਦੇ ਵਿੱਚ ਰੋਕ ਲੱਗੀ ਹੋਈ ਹੈ, ਇਹ ਨਹੀਂ ਹੈਗਾ ਵੀ ਪੂਰੀ ਤਰ੍ਹਾਂ ਐਬਸੋਲੂਟ ਨੇ ਇਹ ਹਰ ਵਿਅਕਤੀ ਨੂੰ ਮਿਲਨੇ ਨੇ, ਚਲੋ ਮਿਲਨੇ ਨੇ, ਪਰ ਰੋਕਾਂ ਦੇ ਨਾਲ ਮਿਲਨੇ ਇਹ ਨਹੀਂ ਹੈਗਾ ਵੀ ਮੈਨੂੰ ਮਿਲ ਗਿਆ ਤਾਂ ਜੀ ਮੈਂ ਪੂਰੀ ਤਰ੍ਹਾਂ ਸੁਤੰਤਰ ਹੈ। ਮੈਂ ਕਹੂੰਗਾ ਜੀ ਮੈਂ ਕਿਸੇ ਪ੍ਰਕਾਰ ਦਾ ਵੀ ਵਪਾਰ ਕਰ ਸਕਦਾ ਹੈ ਨਾ। ਜੇ ਮੈਂ ਕਹਾਂ ਜੀ ਮੈਂ ਤਾਂ ਜੀ ਮਨੁੱਖੀ ਵਪਾਰ ਕਰੂੰਗਾ, ਮਨੁੱਖਾਂ ਦੀ ਖਰੀਦ ਫਰੋਖਤ ਕਰੂੰਗਾ, ਤਾਂ ਕੀ ਕਰ ਸਕਦੇ ਹਾਂ ਅਸੀਂ? ਨਹੀਂ ਕਰ ਸਕਦੇ। ਮੈਂ ਤਾਂ ਜੀ ਮਤਲਬ ਮਨੁੱਖੀ ਅੰਗਾਂ ਦਾ ਵਪਾਰ ਕਰੂੰਗਾ ਮੈਂ, ਹੈ ਨਾ। ਮੈਂ ਤਾਂ ਜੀ ਹਥਿਆਰਾਂ ਦਾ, ਜਿਹੜੇ ਨਜਾਇਜ਼ ਹਥਿਆਰ ਨੇ ਉਹਨਾਂ ਦਾ ਵਪਾਰ ਕਰੂੰਗਾ, ਠੀਕ ਹੈ ਜੀ। ਨਜਾਇਜ਼ ਨਹੀਂ ਉਹ ਕਰ ਸਕਦੇ ਤੁਸੀਂ, ਠੀਕ ਹੈ ਨਾ। ਤਾਂ ਤੁਹਾਡੇ ਇਹਨਾਂ ਸੁਤੰਤਰਤਾਵਾਂ ਦੇ ਉੱਪਰ ਰੋਕ ਲਾਈ ਜਾ ਸਕਦੀ ਹੈ ਬਸ਼ਰਤੇ ਉਹ ਸਧਾਰਨ ਜਨਤਾ ਦੇ ਜੇ ਗੈਰ ਹਿੱਤ ਦੇ ਵਿੱਚ ਨਹੀਂ ਜਾਂ ਉਹਨਾਂ ਦੇ ਹਿੱਤ ਦੇ ਵਿੱਚ ਨਹੀਂ ਹੈਗੇ ਤਾਂ ਉਹਨਾਂ ਦੇ ਉੱਪਰ ਰੋਕ ਲਾਈ ਜਾ ਸਕਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਸੜਕ ਦੇ ਕਿਨਾਰੇ ਫੁੱਟਪਾਥ ਤੇ ਵਪਾਰ ਕਰਨਾ, ਠੀਕ ਹੈ, ਇਹ ਵੀ ਤੁਹਾਡੇ ਆਰਟੀਕਲ ਨੰਬਰ 19 ਦੇ ਵਿੱਚ ਆਉਂਦਾ ਹੈਗਾ। ਸੁਪਰੀਮ ਕੋਰਟ ਨੇ ਕਈ ਕੇਸਾਂ ਦੇ ਵਿੱਚ ਇਹ ਕਿਹਾ ਹੈਗਾ ਵੀ ਕੋਈ ਵੀ ਵਿਅਕਤੀ ਜਿਹੜਾ ਸੜਕ ਦੇ ਉੱਪਰ ਫੁੱਟਪਾਥ ਦੇ ਉੱਪਰ ਵਪਾਰ ਕਰ ਰਿਹਾ ਹੈਗਾ ਤਾਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਹੈਗੇ, ਪਰ ਸ਼ਰਤ ਇਹ ਹੈ ਵੀ ਉਹ ਸਧਾਰਨ ਜਨਤਾ ਦੇ ਜਿਹੜੇ ਨੇ ਹਿੱਤ ਨੇ ਉਹਨਾਂ ਨੂੰ ਕਿਤੇ ਨੁਕਸਾਨ ਨਾ ਪਹੁੰਚਾਉਂਦਾ ਹੋਵੇ। ਠੇਲੇ ਦੇ ਉੱਪਰ ਵਪਾਰ ਕਰਨਾ ਹੈ, ਹੁਣ ਜਿਹੜੇ ਤੁਸੀਂ ਆਪਣੇ ਘਰਾਂ ਦੇ ਸਾਹਮਣੇ ਗਲੀਆਂ ਨੇਗੇ ਉਹਨਾਂ ਦੇ ਵਿੱਚ ਜਿਹੜੇ ਠੇਲੇ ਦੇ ਉੱਪਰ ਵਪਾਰ ਕਰਦੇ ਨੇ, ਰੇਹੜੀਆਂ ਲੈ ਕੇ ਆਉਂਦੇ ਨੇਗੇ, ਕੀ ਤੁਹਾਡੇ ਵਿੱਚੋਂ ਕੋਈ ਉਹਨਾਂ ਨੂੰ ਰੋਕ ਸਕਦਾ? ਨਹੀਂ ਰੋਕ ਸਕਦੇ, ਕਿਉਂਕਿ ਉਹਨਾਂ ਦਾ ਮੌਲਿਕ ਅਧਿਕਾਰ ਹੈ ਉਹ, ਠੀਕ ਹੈ। ਤੁਹਾਨੂੰ ਉਹਨਾਂ ਨੂੰ ਸੁਤੰਤਰਤਾ ਮਿਲੀ ਹੋਈ ਹੈ। ਆਰਟੀਕਲ ਨੰਬਰ 19 ਦੇ ਤਹਿਤ ਉਹ ਠੇਲੇ ਦੇ ਉੱਪਰ ਵਪਾਰ ਕਰ ਸਕਦੇ ਨੇਗੇ, ਠੀਕ ਹੈ। ਤਾਂ ਇਹ ਕਾਫੀ ਇੰਪੋਰਟੈਂਟ ਹੈਗਾ, ਯਾਦ ਰੱਖਣਾ ਤੁਸੀਂ। ਤਾਂ ਇਹ ਸੀ ਤੁਹਾਡਾ ਆਰਟੀਕਲ ਨੰਬਰ ਜਿਹੜਾ 19 ਹੈਗਾ।
ਅਗਲੀ ਗੱਲ ਕਰਦੇ ਆਪਾਂ ਵੀ ਕੀ ਆਰਟੀਕਲ ਨੰਬਰ 19 ਨੂੰ ਸਸਪੈਂਡ ਕੀਤਾ ਜਾ ਸਕਦਾ ਹੈਗਾ, ਕੀ ਇਹਦੇ ਉੱਪਰ ਰੋਕਾਂ ਲਾਈਆਂ ਜਾ ਸਕਦੀਆਂ ਨੇ ਕੁਝ ਸਮੇਂ ਲਈ? ਹਾਂ। ਤਾਂ ਜੇ ਅਸੀਂ ਕਹੀਏ ਇਹਨੂੰ ਸਸਪੈਂਡ ਕੀਤਾ ਜਾ ਸਕਦਾ, ਅਸੀਂ ਕਹਾਂਗੇ ਹਾਂ। ਤਾਂ 19(2) ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈਗਾ। 19(2) ਦੇ ਤਹਿਤ ਭਾਰਤ ਦੇ ਰਾਸ਼ਟਰਪਤੀ, ਠੀਕ ਹੈ, ਭਾਰਤ ਦੇ ਰਾਸ਼ਟਰਪਤੀ ਇਹਨੂੰ ਇੱਕ ਤਾਂ ਜੇਕਰ ਰਾਸ਼ਟਰੀ ਆਪਾਤਕਾਲ ਲੱਗਿਆ ਹੋਇਆ, ਰਾਸ਼ਟਰੀ ਆਪਾਤਕਾਲ ਲੱਗਿਆ ਹੋਇਆ ਹੈ, ਜਾਂ ਫਿਰ ਅਸਾਧਾਰਨ ਹਾਲਾਤਾਂ ਦੇ ਵਿੱਚ, ਅਸਾਧਾਰਨ ਹਾਲਾਤ ਕੁਝ ਵੀ ਬਣ ਸਕਦੇ ਨੇ, ਠੀਕ ਹੈ। ਮੰਨ ਲਓ ਕੋਈ ਵਿਅਕਤੀ ਹੈ, ਉਹਦੇ ਕਿਤੇ ਜਾਣ ਦੇ ਨਾਲ, ਉਹਦੇ ਵਿਚਾਰਾਂ ਦੇ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਹੋ ਰਿਹਾ ਹੈ, ਤਾਂ ਉਹਦੇ ਵਿਚਾਰਾਂ ਤੇ ਰੋਕ ਲਾ ਦਿੱਤੀ ਜਾਊਗੀ, ਉਹਨੂੰ ਘੁੰਮਣ ਫਿਰਨ ਤੋਂ ਰੋਕ ਦਿੱਤਾ ਜਾਊਗਾ, ਠੀਕ ਹੈ ਨਾ। ਤਾਂ ਆਰਟੀਕਲ ਨੰਬਰ 19(2) ਦੇ ਵਿੱਚ ਸਾਡੇ ਮੌਲਿਕ ਅਧਿਕਾਰਾਂ ਦੇ ਵਿੱਚ ਜਿਹੜਾ ਸਾਨੂੰ ਸੁਤੰਤਰਤਾ ਦਾ ਅਧਿਕਾਰ ਮਿਲਿਆ, ਆਰਟੀਕਲ ਨੰਬਰ 19 ਮਿਲਿਆ ਹੋਇਆ ਹੈ, ਇਹਨੂੰ ਅਸੀਂ ਸਸਪੈਂਡ ਕੀਤਾ ਜਾ ਸਕਦਾ ਹੈਗਾ। ਕਿਹਦੇ ਵੱਲੋਂ ਕੀਤਾ ਜਾ ਸਕਦਾ? ਇਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੀਤਾ ਜਾ ਸਕਦਾ ਹੈ। ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ, ਇੱਕ ਤਾਂ ਪਾਬੰਦੀ ਲਾਉਣਾ ਹੈ, ਪਾਬੰਦੀ ਕੌਣ ਲਾਊਗੀ ਇਹਦੇ ਉੱਪਰ? ਪਾਬੰਦੀ ਲਾਉਂਦੀ ਹੁੰਦੀ ਸੰਸਦ ਸਾਡੀ, ਪਰ ਇਹਨੂੰ ਸਸਪੈਂਡ ਕਰਨਾ ਹੈ, ਸਸਪੈਂਡ ਕੀਤਾ ਜਾ ਸਕਦਾ ਭਾਰਤ ਦੇ ਰਾਸ਼ਟਰਪਤੀ ਵੱਲੋਂ, ਠੀਕ ਹੈ। ਤਾਂ ਤੁਹਾਡੇ ਆਰਟੀਕਲ ਇਹ ਸਸਪੈਂਡ ਕੀਤੇ ਜਾ ਸਕਦੇ ਨੇ। ਆਰਟੀਕਲ ਨੰਬਰ 358 ਦੀ ਵਰਤੋਂ ਕਰਦੇ ਹੋਏ ਭਾਰਤ ਦਾ ਰਾਸ਼ਟਰਪਤੀ ਤੁਹਾਡੇ ਆਰਟੀਕਲ ਨੰਬਰ 19 ਨੂੰ ਸਸਪੈਂਡ ਕਰ ਸਕਦਾ ਹੈ। ਤੁਹਾਡੀ 19 ਜਿਹੜੀ 1 ਦੇ ਵਿੱਚ ਤੁਹਾਨੂੰ 6 ਪ੍ਰਕਾਰ ਦੀਆਂ ਸੁਤੰਤਰਤਾਵਾਂ ਮਿਲਦੀਆਂ ਨੇ, ਉਹਨਾਂ ਨੂੰ ਭਾਰਤ ਦਾ ਰਾਸ਼ਟਰਪਤੀ ਸਸਪੈਂਡ ਕਰ ਸਕਦਾ। ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈਗਾ, ਠੀਕ ਹੈ। ਕਾਫੀ ਇੰਪੋਰਟੈਂਟ ਆਰਟੀਕਲ ਹੈ ਜੀ। ਅੱਗੇ ਆਰਟੀਕਲ ਨੰਬਰ 19 ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਰਟੀਕਲ ਨੰਬਰ 20 ਦੀ। ਇਹ ਕੀ ਹੈ? ਇਹ ਦੋਸ਼ ਸਿੱਧੀ ਦੇ ਸੰਬੰਧ ਵਿੱਚ ਸੰਰਖਣ ਸਾਨੂੰ ਮਿਲਦਾ ਹੈ। ਹੁਣ ਇੱਥੇ ਦੋਸ਼ ਸਿੱਧੀ ਦਾ ਮਤਲਬ ਕੀ ਹੈ? ਦੋਸ਼ੀ ਦਾ ਮਤਲਬ ਇਹ ਹੈ, ਪਹਿਲੀ ਗੱਲ ਤਾਂ ਇਹ ਕਾਨੂੰਨ ਕਹਿੰਦਾ ਹੈ ਵੀ ਜਦੋਂ ਤੱਕ ਕਿਸੇ ਵੀ ਵਿਅਕਤੀ ਨੂੰ ਤੁਸੀਂ ਦੋਸ਼ੀ ਨਾ ਠਹਿਰਾ ਦੋ, ਠੀਕ ਹੈ, ਉਦੋਂ ਤੱਕ ਉਹਨੂੰ ਮਤਲਬ ਉਹਨੂੰ ਅਦਾਲਤਾਂ ਸਜ਼ਾ ਨਾ ਦੇ ਦੇਣਾ, ਤੁਸੀਂ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਨਹੀਂ ਮੰਨ ਸਕਦੇ ਹੈਗੇ। ਮੰਨ ਲਓ ਕਿਸੇ ਵਿਅਕਤੀ ਦੇ ਖਿਲਾਫ ਮੰਨ ਲਓ ਕੇਸ ਹੋ ਗਿਆ ਕੋਈ, ਹੈ ਨਾ, ਤਾਂ ਅਸੀਂ ਇਹ ਕਹਿੰਦਾ ਵੀ ਕੇਸ ਹੋਣ ਦੇ ਨਾਲ FIR ਹੋਗੀ ਤਾਂ ਉਹ ਵਿਅਕਤੀ ਦੋਸ਼ੀ ਹੋ ਗਿਆ। ਨਹੀਂ, ਕਾਨੂੰਨ ਕਹਿੰਦਾ ਹੈ ਵੀ ਜਦੋਂ ਤੱਕ ਅਦਾਲਤ ਤੁਹਾਨੂੰ ਸਜ਼ਾ ਨਾ ਦੇ ਦੇ, ਤੁਸੀਂ ਉਦੋਂ ਤੱਕ, ਤੁਸੀਂ ਕਈ ਵਾਰ ਦੇਖਿਆ ਹੋਊਗਾ ਨਾ ਵੀ ਅਦਾਲਤ ਸਜ਼ਾ ਦੇਣ ਤੋਂ ਪਹਿਲਾਂ ਉਸ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੀ ਹੈ, ਪਹਿਲਾਂ ਵੀ ਇਹ ਵਿਅਕਤੀ, ਇਸ ਬੰਦੇ ਨੇ ਇਹ ਅਪਰਾਧ ਕੀਤਾ ਸੀਗਾ, ਇਸ ਕਰਕੇ ਇਹਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਦੋਸ਼ੀ ਕਰਾਰ ਹੋਣ ਤੋਂ ਬਾਅਦ ਉਹਨੂੰ ਸਜ਼ਾ ਮਿਲਦੀ ਹੈ, ਠੀਕ ਹੈ। ਤਾਂ ਦੋਸ਼ੀ ਦੇ ਸੰਬੰਧ ਵਿੱਚ ਸਾਨੂੰ ਸੰਰਖਣ ਮਿਲਦਾ ਹੈਗਾ। ਪਹਿਲੀ ਗੱਲ ਵੀ ਕਿਸੇ ਵੀ ਵਿਅਕਤੀ ਨੂੰ ਅਦਾਲਤਾਂ ਦੁਆਰਾ ਸਜ਼ਾ ਸੁਣਾਏ ਜਾਣ ਤੱਕ ਉਸ ਵਿਅਕਤੀ ਨੂੰ ਅਸੀਂ ਦੋਸ਼ੀ ਕਰਾਰ ਨਹੀਂ ਦੇ ਸਕਦੇ ਹੈਗੇ। ਚਲੋ ਮੰਨ ਲਓ ਉਸ ਵਿਅਕਤੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ, ਤਾਂ ਕੀ ਉਹਦੇ ਅਧਿਕਾਰ ਸਾਰੇ ਖਤਮ ਹੋ ਜਾਂਦੇ ਨੇ? ਬਹੁਤ ਸਾਰੇ ਅਧਿਕਾਰ ਉਹਦੇ ਖਤਮ ਹੋ ਜਾਂਦੇ ਨੇ, ਪਰ ਬਹੁਤ ਸਾਰੇ ਅਧਿਕਾਰ ਉਹਨੂੰ ਮਿਲਦੇ ਵੀ ਨੇ। ਜਿਵੇਂ ਪਹਿਲੀ ਗੱਲ ਕਰਦੇ ਆਪਾਂ, ਤਾਂ ਇਹਦੇ ਵਿੱਚ 3 ਪ੍ਰਕਾਰ ਦੀ ਗੱਲ ਕੀਤੀ ਗਈ ਹੈ। ਆਰਟੀਕਲ ਨੰਬਰ 20 ਦੇ ਵਿੱਚ 3 ਗੱਲਾਂ ਕੀਤੀਆਂ ਗਈਆਂ ਨੇ, ਇਹਦੇ ਵਿੱਚ ਯਾਦ ਰੱਖਣਾ ਹੈ, ਇੰਪੋਰਟੈਂਟ ਹੈ ਇਹ। ਤੁਹਾਡੇ PTET ਦੇ ਵਿੱਚ ਵੀ ਕੁਐਸਚਨ ਆਇਆ ਇਸ ਵਾਰ, ਠੀਕ ਹੈ। ਪਹਿਲਾ ਹੈ ਜੀ, ਉਹਨੂੰ ਵਰਤਮਾਨ ਕਾਨੂੰਨ ਦੇ ਅਨੁਸਾਰ ਹੀ ਸਜ਼ਾ ਮਿਲੂਗੀ। ਵਰਤਮਾਨ ਕਾਨੂੰਨ ਦੇ ਅਨੁਸਾਰ ਸਜ਼ਾ ਦਾ ਮਤਲਬ ਕੀ ਹੈ? ਇੱਥੇ ਮੰਨ ਲਓ ਅੱਜ ਕੋਈ ਵਿਅਕਤੀ ਅਪਰਾਧ ਕਰ ਦਿੰਦਾ ਹੈ, ਅੱਜ ਮੰਨ ਲਓ ਕੋਈ ਵਿਅਕਤੀ ਕਿਸੇ ਨੂੰ ਗਾਲਾਂ ਕੱਢ ਦਿੰਦਾ ਹੈ, ਜਾਂ ਕੋਈ ਵਿਅਕਤੀ ਕਿਸੇ ਨੂੰ ਕੁੱਟ ਦਿੰਦਾ ਹੈ, ਤਾਂ ਅੱਜ ਦੀ ਤਰੀਕ ਦੇ ਵਿੱਚ ਕਾਨੂੰਨ ਇਹ ਕਹਿੰਦਾ ਹੈ ਵੀ ਜੇ ਤੁਸੀਂ ਕਿਸੇ ਨੂੰ ਗਾਲਾਂ ਕੱਢੋਗੇ ਜਾਂ ਤੁਸੀਂ ਕਿਸੇ ਨੂੰ ਕੁੱਟੋਗੇ ਤਾਂ ਉਹਦੀ ਸਜ਼ਾ ਜਿਹੜੀ ਹੈ ਉਹ ਹੈਗੀ 1 ਮਹੀਨੇ ਦੀ। ਤੁਹਾਨੂੰ 1 ਮਹੀਨਾ ਜੇਲ੍ਹ ਦੇ ਵਿੱਚ ਰਹਿਣਾ ਪਊਗਾ, ਇਹ ਕਾਨੂੰਨ ਕਹਿੰਦਾ ਹੈਗਾ। IPC ਦੀ ਧਾਰਾ ਕਹਿੰਦੀ ਹੈ ਇਹ ਵੀ ਤੁਸੀਂ 1 ਮਹੀਨਾ ਜੇਲ੍ਹ ਦੇ ਵਿੱਚ ਕੱਟੋਗੇ। ਪਰ ਜਿਹਨੂੰ ਤੁਸੀਂ ਕੁੱਟਿਆ, ਠੀਕ ਹੈ, ਤੇ ਤੁਹਾਡਾ ਕੇਸ ਚੱਲਦਾ, ਤੁਹਾਨੂੰ ਪਤਾ ਵੀ ਤੁਹਾਨੂੰ ਅਦਾਲਤਾਂ ਦੇ ਵਿੱਚ ਕੇਸ ਲੰਬੇ ਹੋ ਜਾਂਦੇ ਨੇ ਨਾ। ਮੰਨ ਲਓ ਤੁਸੀਂ 2022 ਚ ਕਿਸੇ ਨੂੰ ਕੁੱਟ ਦਿੱਤਾ, ਪਰ ਤੁਹਾਡਾ ਕੇਸ ਚੱਲਦੇ ਚੱਲਦੇ 2032 ਆ ਗਿਆ, ਠੀਕ ਹੈ। ਤੇ ਜਿਹੜੇ ਬੰਦੇ ਨੂੰ ਤੁਸੀਂ ਕੁੱਟਿਆ ਤੇ 2032 ਦੇ ਵਿੱਚ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਪੈ ਗਿਆ ਪੰਗਾ, ਠੀਕ ਹੈ ਜੀ। ਤਾਂ ਫਿਰ ਕੀ ਹੋਊਗਾ? ਤੁਹਾਨੂੰ ਪਤਾ ਵੀ ਪ੍ਰਧਾਨ ਮੰਤਰੀ ਸੰਸਦ ਦੇ ਵਿੱਚ ਇਹ ਕਹਿ ਕੇ ਕਾਨੂੰਨ ਬਣਾ ਦੂਗਾ ਭਾਈ ਵੀ ਜਿਹੜੇ ਬੰਦੇ ਨੇ ਮੈਨੂੰ 2022 ਚ ਕੁੱਟਿਆ ਸੀਗਾ ਤੇ ਉਹਨੂੰ ਫਾਂਸੀ ਦੀ ਸਜ਼ਾ ਹੈ। ਕੀ ਪੋਸੀਬਲ ਹੈ? ਕੀ ਕਾਨੂੰਨ ਸਾਡਾ ਕਹਿੰਦਾ ਹੈ? ਨਹੀਂ। ਸਾਡਾ ਕਾਨੂੰਨ ਕੀ ਕਹਿੰਦਾ ਹੈ ਵੀ ਜਿਹੜੇ ਵਿਅਕਤੀ ਨੇ ਜਦੋਂ ਅਪਰਾਧ ਕੀਤਾ ਹੈ, ਵਰਤਮਾਨ ਦੇ ਵਿੱਚ ਉਸ ਕਾਨੂੰਨ ਦੇ ਅਨੁਸਾਰ ਹੀ ਉਸ ਵਿਅਕਤੀ ਨੂੰ ਸਜ਼ਾ ਜਿਹੜੀ ਉਹ ਮਿਲੇਗੀ। ਭਾਵੇਂ 2022 ਚ ਅਪਰਾਧ ਕੀਤਾ ਹੈ, 2032 ਦੇ ਵਿੱਚ ਨਵਾਂ ਕਾਨੂੰਨ ਬਣ ਜਾਂਦਾ ਹੈ, ਠੀਕ ਹੈ, ਜਾਂ 2025 ਚ ਮੰਨ ਲਓ ਬਣ ਗਿਆ ਕਾਨੂੰਨ ਇਹ, ਠੀਕ ਹੈ, ਵੀ ਜੇ ਤੁਸੀਂ ਕਿਸੇ ਨੂੰ ਕੁੱਟੋਗੇ, ਗਾਲਾਂ ਕੱਢੋਗੇ ਤਾਂ ਉਹਦੀ ਸਜ਼ਾ ਫਾਂਸੀ ਦੀ ਸਜ਼ਾ ਹੈ ਜਾਂ ਉਹਦੀ ਉਮਰ ਕੈਦ ਸਜ਼ਾ ਹੈ। ਤਾਂ ਤੁਹਾਨੂੰ ਕਿਹੜੇ 2025 ਦੇ ਅਨੁਸਾਰ ਸਜ਼ਾ ਮਿਲੂਗੀ ਜਾਂ 2022 ਦੇ ਅਨੁਸਾਰ? ਨਹੀਂ, ਤੁਹਾਨੂੰ 2022 ਦੇ ਅਨੁਸਾਰ ਹੀ ਸਜ਼ਾ ਜਿਹੜੀ ਉਹ ਮਿਲੂਗੀ, ਠੀਕ ਹੈ। ਇਸ ਤੋਂ ਬਾਅਦ ਸੈਕੰਡ ਕਹਿੰਦਾ ਹੈ ਦੋਹਰੀ ਸਜ਼ਾ ਤੇ ਰੋਕ। ਹੁਣ ਦੋਹਰੀ ਸਜ਼ਾ ਦਾ ਮਤਲਬ ਕੀ ਹੈ? ਮੰਨ ਲਓ ਕੋਈ ਵਿਅਕਤੀ ਨੇ 1 ਮਹੀਨੇ ਦੀ ਸਜ਼ਾ ਕੱਟ ਲਈ, ਠੀਕ ਹੈ, ਤੇ ਜਿਹੜਾ ਜਿਹਨੂੰ ਕੁੱਟਿਆ ਸੀ, ਉਹਨੇ ਜਿਹਨੂੰ ਗਾਲਾਂ ਕੱਢੀਆਂ ਸੀ, ਉਹ ਪਾਵਰਫੁਲ ਵਿਅਕਤੀ ਹੈ,
ठीक है, उन्हें दोबारा अदालत ਨੂੰ कहता ਇਹਨੂੰ ਤਾਂ ਜੀ ਦੁਬਾਰਾ ਜੇਲ੍ਹ 'ਚ ਭੇਜੋ, ਤਾਂ ਅਦਾਲਤ ਕਹੂਗੀ ਵੀ ਤੂੰ ਭਾਈ ਦੁਬਾਰਾ ਜੇਲ੍ਹ 'ਚ ਜਾ, ਹਨਾ? ਨਹੀਂ, ਜਿਹੜੀ ਸਜ਼ਾ ਤੁਸੀਂ ਇੱਕ ਵਾਰੀ ਭੁਗਤ ਚੁੱਕੇ ਹੋ, ਠੀਕ ਹੈ, ਤੁਹਾਨੂੰ ਦੁਬਾਰਾ ਉਹਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਤਾਂ ਯਾਦ ਰੱਖਣਾ ਜੀ ਇਹ। ਤੀਸਰਾ ਇੰਪੋਰਟੈਂਟ ਹੈ ਆਪਣੇ ਖਿਲਾਫ ਗਵਾਹੀ ਦੇਣ ਤੇ ਰੋਕ। ਹੁਣ ਆਪਣੇ ਖਿਲਾਫ ਗਵਾਹੀ ਦੇਣ ਤੇ ਰੋਕ ਦਾ ਮਤਲਬ ਕੀ ਹੈ? ਜੇ ਮੈਂ ਕਹਾਂ ਜੀ ਮੈਂ ਅਪਰਾਧ ਕੀਤਾ ਹੈ, ਨਹੀਂ, ਮੇਰੀ ਉਸ ਚੀਜ਼ ਨੂੰ ਨਹੀਂ ਮੰਨਿਆ ਜਾਊਗਾ, ਮੇਰੇ ਆਪਣੇ ਖਿਲਾਫ ਮੇਰੀ ਗਵਾਹੀ ਨੂੰ ਨਹੀਂ ਮੰਨਿਆ ਜਾਊਗਾ, ਉਹਨੂੰ ਸਬੂਤ ਦੇ ਤੌਰ ਤੇ ਨਹੀਂ ਮੰਨ ਸਕਦੇ ਅਸੀਂ, ਠੀਕ ਹੈ ਨਾ? ਕਿਉਂਕਿ ਤੁਹਾਨੂੰ ਪਤਾ ਵੀ ਭਾਰਤ ਦੀ ਜਿਹੜੀ ਪੁਲਿਸ ਹੈਗੀ ਉਹ ਤਾਂ ਫਿਰ ਧੱਕੇ ਨਾਲ ਮਨਾ ਲੈਂਦੀ ਹੈ, ਹਨਾ? ਨਹੀਂ, ਅਦਾਲਤ ਦੇ ਸਾਹਮਣੇ ਜਿਹੜੀ ਗਵਾਹੀ ਮੰਨੀ ਜਾਊਗੀ ਉਹਨੂੰ ਤੁਹਾਡਾ ਸਬੂਤ ਮੰਨਿਆ ਜਾਂਦਾ ਉਹਦਾ। ਆਪਣੇ ਖਿਲਾਫ ਤੁਸੀਂ ਗਵਾਹੀ ਖੁਦ ਨਹੀਂ ਦੇ ਸਕਦੇ, ਤਾਂ ਇਹਦੇ ਉੱਪਰ ਦੇਣ ਤੋਂ ਰੋਕ ਲਾਈ ਗਈ ਹੈ। ਤਾਂ ਇਸੀ ਜੀ ਦੋਸ਼ੀ ਦੀ ਸੰਬੰਧੀ ਸੰਰਖਣ ਮਿਲਦਾ ਤੁਹਾਨੂੰ, ਠੀਕ ਹੈ? ਹੁਣ ਆਪਾਂ ਯਾਦ ਰੱਖਣਾ ਹੈ ਅਗਲੀ ਗੱਲ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਆਰਟੀਕਲ ਨੰਬਰ 19 ਹੈ ਤੁਹਾਡਾ, ਇਹ ਸਸਪੈਂਡ ਹੋ ਸਕਦਾ ਹੈ, ਸਸਪੈਂਡ ਹੋ ਸਕਦਾ ਪਰ ਖਤਮ ਨਹੀਂ ਹੋ ਸਕਦਾ। ਇਹ ਆਰਟੀਕਲ ਨੰਬਰ 19 ਤੁਹਾਡਾ ਕਦੇ ਵੀ ਖਤਮ ਨਹੀਂ ਹੋ ਸਕਦਾ ਪਰ ਸਸਪੈਂਡ ਹੋ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਆਰਟੀਕਲ ਨੰਬਰ 20 ਹੈ, ਤਾਂ ਆਰਟੀਕਲ ਨੰਬਰ ਜਿਹੜਾ 20 ਹੈ ਇਹ ਨਾ ਤਾਂ ਖਤਮ ਹੋ ਸਕਦਾ ਹੈ ਤੇ ਨਾ ਹੀ ਇਹ ਸਸਪੈਂਡ ਹੋ ਸਕਦਾ ਹੈ। ਨਾ ਤਾਂ ਇਹ ਖਤਮ ਹੋ ਸਕਦਾ ਹੈ ਤੇ ਨਾ ਹੀ ਇਹ ਸਸਪੈਂਡ ਹੋ ਸਕਦਾ ਹੈ, ਠੀਕ ਹੈ ਨਾ? ਕਿਸੇ ਵੀ ਹਾਲਾਤ ਦੇ ਵਿੱਚ, ਭਾਵੇਂ ਭਾਰਤ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਹੋ ਕਿਸੇ ਰਾਜ ਦੇ ਵਿੱਚ, ਭਾਵੇਂ ਰਾਸ਼ਟਰੀ ਆਪਾਤਕਾਲ ਲੱਗਿਆ ਹੋਇਆ ਹੈ, ਠੀਕ ਹੈ, ਜਾਂ ਰਾਸ਼ਟਰਪਤੀ ਆਪਣੀ ਕਿਸੇ ਵੀ ਤਾਕਤ ਦੇ ਨਾਲ ਇਹਨੂੰ ਖਤਮ ਨਹੀਂ ਕਰ ਸਕਦਾ ਜਾਂ ਕਿਸੇ ਵੀ ਤਾਕਤ ਦੇ ਨਾਲ ਇਹਨੂੰ ਸਸਪੈਂਡ ਨਹੀਂ ਕਰ ਸਕਦਾ। ਤਾਂ ਯਾਦ ਰੱਖਣਾ ਜੀ ਇਹ ਵੀ ਕਿਹੜਾ ਆਰਟੀਕਲ ਜਿਹੜਾ ਓਨਲੀ ਸਸਪੈਂਡ ਹੁੰਦਾ ਹੈ ਪਰ ਖਤਮ ਨਹੀਂ ਹੁੰਦਾ, ਤੇ ਕਿਹੜਾ ਜਿਹੜਾ ਨਾ ਖਤਮ ਹੁੰਦਾ ਨਾ ਫਿਰ ਉਹ ਸਸਪੈਂਡ ਹੁੰਦਾ, ਠੀਕ ਹੈ? ਇੱਕ ਆਪਾਂ ਹੋਰ ਵੀ ਦੇਖਾਂਗੇ ਆਰਟੀਕਲ ਹੈ, ਉਹ ਨਾ ਖਤਮ ਹੁੰਦਾ ਨਾ ਉਹ ਸਸਪੈਂਡ ਹੁੰਦਾ ਹੈ। ਵੈਰੀ 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 ਇੰਪੋਰਟੈਂਟ ਆਰਟੀਕਲ, ਆਰਟੀਕਲ ਨੰਬਰ 21, ਜਾਨ ਅਤੇ ਨਿੱਜਤਾ ਦਾ ਅਧਿਕਾਰ, ਠੀਕ ਹੈ? ਜਿਉਣ ਦਾ ਅਧਿਕਾਰ, ਲਾਈਫ ਐਂਡ ਪਰਸਨਲ ਲਿਬਰਟੀ ਦਾ ਅਧਿਕਾਰ ਤੁਹਾਨੂੰ ਮਿਲਦਾ ਹੈ ਆਰਟੀਕਲ ਨੰਬਰ 21 ਦੇ ਵਿੱਚ। ਹੁਣ ਸਾਡਾ ਕਾਨੂੰਨ ਕੀ ਕਹਿੰਦਾ ਹੈ ਵੀ ਇਕੱਲਾ ਸਾਹ ਲੈਣਾ ਹੀ ਜਿਹੜਾ ਹੈਗਾ ਜਿਉਣਾ ਹੈਗਾ, ਠੀਕ ਹੈ? ਜਾਂ ਤੁਹਾਨੂੰ ਆਰਟੀਕਲ 21 ਦੇ ਵਿੱਚ ਇਕੱਲੇ ਸਾਹ ਲੈਣ ਦਾ ਅਧਿਕਾਰ ਮਿਲਿਆ ਹੋਇਆ? ਨਹੀਂ, ਸਾਨੂੰ ਜਿਉਣ ਦਾ ਅਧਿਕਾਰ ਵੀ ਹੈ, ਠੀਕ ਹੈ? ਤੇ ਸਾਡੀ ਪਰਸਨਲ ਲਿਬਰਟੀ, ਮਤਲਬ ਮੇਰੀ ਜਿਹੜੀ ਨਿੱਜਤਾ ਹੈਗੀ ਉਹਨੂੰ ਕੋਈ ਬਾਹਰ ਨਾ ਸ਼ੋ ਕਰੇ, ਠੀਕ ਹੈ? ਜਾਂ ਮੇਰੀ ਮੰਨ ਲਓ ਮੇਰਾ ਫੋਨ ਟੇਪ ਹੈ, ਹਨਾ? ਤਾਂ ਕੀ ਮੈਂ ਕਿਸੇ ਵਿਅਕਤੀ ਦਾ ਫੋਨ ਟੇਪ ਕਰ ਸਕਦਾ? ਨਹੀਂ ਕਰ ਸਕਦਾ ਬਈ, ਠੀਕ ਹੈ ਨਾ? ਤਾਂ ਮੇਰਾ ਇਹ ਪਰਸਨਲ ਲਿਬਰਟੀ ਹੈ। ਮੈਂ ਇਕਾਂਤ 'ਚ ਰਹਿਣਾ ਪਸੰਦ ਕਰਦਾ ਹੈ, ਠੀਕ ਹੈ? ਤੁਸੀਂ ਸ਼ੋਰ ਸ਼ਰਾਬੇ ਦੁਆਰਾ ਜਾਂ ਤੁਸੀਂ ਕਿਸੇ ਜ਼ਿਆਦਾ ਆਵਾਜ਼ ਦੇ ਦੁਆਰਾ, ਉਹਨੂੰ ਧੁਨੀ ਪ੍ਰਦੂਸ਼ਣ ਦੇ ਦੁਆਰਾ ਮੇਰੀ ਇਕਾਂਤ ਨੂੰ ਤੁਸੀਂ ਖਤਮ ਕਰ ਰਹੇ ਹੋ, ਠੀਕ ਹੈ? ਮੰਨ ਲਓ ਮੈਂ ਸੁੱਤਾ ਪਿਆ, ਤਾਂ ਦੇਖੋ ਮੈਨੂੰ ਨੀਂਦ ਦਾ ਅਧਿਕਾਰ ਹੀ ਮਿਲਿਆ ਹੋਇਆ ਹੈ, ਠੀਕ ਹੈ? ਵੀ ਮੈਂ ਚੈਨ ਨਾਲ ਸੋ ਸਕਦਾ, ਮੈਨੂੰ ਅਧਿਕਾਰ ਹੀ ਪ੍ਰਕਾਰ ਦੇ ਮਿਲੇ ਹੋਏ ਨੇ, ਠੀਕ ਹੈ? ਤਾਂ ਬਹੁਤ ਸਾਰੇ ਅਧਿਕਾਰਾਂ ਦੀ ਵਿਆਖਿਆ ਜਿਹੜੀ ਸਮੇਂ-ਸਮੇਂ ਤੇ ਸੁਪਰੀਮ ਕੋਰਟ ਨੇ ਕੀਤੀ ਹੈਗੀ ਵੀ ਕਿਹੜੇ-ਕਿਹੜੇ ਅਧਿਕਾਰ ਤੁਹਾਨੂੰ ਆਰਟੀਕਲ ਨੰਬਰ 21 ਦੇ ਵਿੱਚ ਮਿਲਣੇ ਚਾਹੀਦੇ ਨੇਗੇ। ਤਾਂ ਲਾਈਫ ਐਂਡ ਪਰਸਨਲ ਲਿਬਰਟੀ ਦੇ ਵਿੱਚ ਤੁਹਾਡੇ ਬਹੁਤ ਸਾਰੇ ਅਧਿਕਾਰ ਨੇਗੇ, ਠੀਕ ਹੈ? ਜਿਵੇਂ ਇਹਦੇ ਵਿੱਚ ਵਿਦੇਸ਼ ਜਾਣ ਦਾ ਅਧਿਕਾਰ ਵੀ ਹੈ। ਮੇਨਕਾ ਗਾਂਧੀ ਕੇਸ ਦੇ ਵਿੱਚ ਮਿਲਿਆ ਸੀਗਾ, ਮੇਨਕਾ ਗਾਂਧੀ ਨੂੰ ਰੋਕ ਦਿੱਤਾ ਗਿਆ ਸੀਗਾ 에ਅਰਪੋਰਟ ਦੇ ਉੱਪਰ, ਠੀਕ ਹੈ? ਤਾਂ ਉਦੋਂ ਬਾਅਦ ਉਹਨੇ ਕੇਸ ਕੀਤਾ ਸੀਗਾ, ਤਾਂ ਉਹ ਅਧਿਕਾਰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਵਿਦੇਸ਼ ਜਾਣ ਦਾ ਅਧਿਕਾਰ ਵੀ ਤੁਹਾਡਾ ਇੱਕ ਸਾਡਾ ਆਰਟੀਕਲ ਨੰਬਰ 21 ਦੇ ਤਹਿਤ ਮੌਲਿਕ ਅਧਿਕਾਰ ਮੰਨਿਆ ਜਾਊਗਾ, ਠੀਕ ਹੈ? ਇਸੇ ਤਰ੍ਹਾਂ ਇਕਾਂਤ ਦਾ ਅਧਿਕਾਰ, ਇਕਾਂਤ ਦਾ ਮਤਲਬ ਮੈਂ ਇਕਾਂਤ 'ਚ ਰਹਾਂ, ਠੀਕ ਹੈ? ਮਤਲਬ ਮੈਂ ਸ਼ਾਂਤੀ ਚਾਹੁੰਦਾ ਤਾਂ ਮੇਰਾ ਅਧਿਕਾਰ ਹੈ ਇਹ, ਠੀਕ ਹੈ? ਤਾਂ ਮੈਂ ਇਕਾਂਤ ਦੇ ਵਿੱਚ ਰਹਿਣ ਦਾ ਅਧਿਕਾਰ ਵੀ ਮੇਰਾ ਮੌਲਿਕ ਅਧਿਕਾਰ ਹੈਗਾ, ਠੀਕ ਹੈ? ਮੁਫਤ ਕਾਨੂੰਨੀ ਸਹਾਇਤਾ, ਹੁਣ ਜੇ ਮੰਨ ਲਓ ਮੈਂ ਮੁਫਤ ਕਾਨੂੰਨੀ ਸਹਾਇਤਾ ਨਹੀਂ ਲੈ ਸਕਦਾ ਹੈਗਾ ਤਾਂ ਮੇਰਾ ਅਧਿਕਾਰ ਹੈ, ਮੈਨੂੰ ਮਿਲਣਾ ਚਾਹੀਦਾ ਹੈ, ਹਨਾ? ਹੁਣ ਦੇਖੋ ਇਹ ਵਿਦੇਸ਼ੀਆਂ ਨੂੰ ਵੀ ਮਿਲਦਾ ਹੈ ਤੇ ਇਹ ਸਾਡੇ ਨਾਗਰਿਕਾਂ ਨੂੰ ਤਾਂ ਮਿਲਦਾ ਹੀ ਮਿਲਦਾ ਹੈ। ਹੁਣ ਵਿਦੇਸ਼ੀ ਮਤਲਬ ਜਿਵੇਂ 2008 ਦੇ ਵਿੱਚ ਕਸਾਬ ਨੇ ਹਮਲਾ ਕੀਤਾ ਸੀਗਾ ਭਾਰਤ ਦੇ ਉੱਪਰ, ਮੁੰਬਈ ਦੇ ਉੱਪਰ ਅਟੈਕ ਹੋਇਆ ਸੀ ਜਿਹੜਾ, ਤਾਂ ਉਹਦੇ ਵਿੱਚ ਕਸਾਬ ਨੂੰ ਵੀ ਇੱਕ ਵਕੀਲ ਉਪਲਬਧ ਕਰਾਇਆ ਗਿਆ ਸੀਗਾ। ਤਾਂ ਯਾਦ ਰੱਖਣਾ ਹੈ ਜੀ, ਤਾਂ ਵਿਦੇਸ਼ੀਆਂ ਨੂੰ ਮਿਲਦਾ। ਆਰਟੀਕਲ ਨੰਬਰ 19 ਵਿਦੇਸ਼ੀਆਂ ਨੂੰ ਨਹੀਂ ਮਿਲਦਾ ਹੈਗਾ, ਆਰਟੀਕਲ ਨੰਬਰ 20 ਤੇ ਆਰਟੀਕਲ ਨੰਬਰ 21 ਵਿਦੇਸ਼ੀਆਂ ਨੂੰ ਮਿਲਦਾ ਹੁੰਦਾ, ਠੀਕ ਹੈ? ਮੁਫਤ ਕਾਨੂੰਨੀ ਸਹਾਇਤਾ, ਮੁਫਤ ਭੋਜਨ, ਜੇ ਤੁਸੀਂ ਨਹੀਂ ਲੈ ਸਕਦੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ, ਠੀਕ ਹੈ? ਸਾਨੂੰ ਉਹ ਕਰਾਊਗੀ, ਠੀਕ ਹੈ? ਸਰਕਾਰ ਤੁਹਾਡੀ ਸਿਹਤ ਦਾ ਧਿਆਨ ਰੱਖੇ। ਹੁਣ ਦੇਖੋ ਕੋਵਿਡ-19 ਦਾ ਟਾਈਮ ਸੀਗਾ ਨਾ, ਤਾਂ ਉਹਦੇ ਵਿੱਚ ਸਰਕਾਰ ਨੇ ਕੋਵਿਡ-19 ਦੇ ਦੌਰਾਨ ਸਾਨੂੰ ਬਹੁਤ ਸਾਰਾ ਟੀਕਾਕਰਨ ਫ੍ਰੀ ਕਰਵਾਇਆ ਹੈਗਾ, ਹਨਾ? ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਤਾਂ ਤੁਹਾਡਾ ਵੀ ਮੌਲਿਕ ਅਧਿਕਾਰ ਹੈ, ਸਰਕਾਰ ਦੀ ਜ਼ਿੰਮੇਵਾਰੀ ਵੀ ਹੈ, ਠੀਕ ਹੈ ਨਾ? ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਦੇ ਵਿੱਚ ਵੀ ਆਉਂਦਾ ਇਹ, ਤੁਹਾਡਾ ਮੌਲਿਕ ਅਧਿਕਾਰ ਵੀ ਹੈ, ਠੀਕ ਹੈ? ਕੋਈ ਮਹਿਲਾ ਕਿੰਨੇ ਬੱਚੇ ਪੈਦਾ ਕਰੇ, ਹੁਣ ਇਹ ਮਹਿਲਾ ਦਾ ਅਧਿਕਾਰ ਹੈ ਬਈ, ਉਹ ਕਿੰਨੇ ਬੱਚੇ ਪੈਦਾ ਕਰੇ, 2 ਕਰੇ 3 ਕਰੇ, ਉਹਦੀ ਇੱਛਾ ਹੈਗੀ, ਉਹਦੀ ਮਰਜ਼ੀ ਹੈ, ਹਨਾ? ਇਹ ਮਹਿਲਾ ਦਾ ਮੌਲਿਕ ਅਧਿਕਾਰ ਹੈ। ਇਕਾਂਤ ਕਾਰਾਵਾਸ, ਠੀਕ ਹੈ? ਇਕਾਂਤ ਕਾਰਾਵਾਸ ਦੇ ਵਿਰੁੱਧ ਮਤਲਬ ਤੁਸੀਂ ਇਹ ਜਿਵੇਂ ਹੁਣ ਦੇਖੋ ਅਸੀਂ ਆਜ਼ਾਦ ਹੈ, ਠੀਕ ਹੈ? ਪੂਰੀ ਤਰ੍ਹਾਂ ਆਜ਼ਾਦ ਹੈ, ਅੰਦਰੂਨੀ ਵੀ ਤੇ ਬਾਹਰੀ ਵੀ ਆਜ਼ਾਦ ਹੈ ਨਾ। ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਵੀ ਕਿਸੇ ਵਿਅਕਤੀ ਨੂੰ ਫੜਿਆ, ਕ੍ਰਾਂਤੀਕਾਰੀ ਨੂੰ ਫੜਿਆ ਜਾਂ ਜਿਹੜੇ ਸਾਡੇ ਦੇਸ਼ ਭਗਤ ਸੀ ਉਹਨਾਂ ਨੂੰ ਫੜਿਆ ਤੇ ਲਿਆ ਕੇ ਅੰਡੇਮਾਨ ਨਿਕੋਬਾਰ ਤੇ ਛੁੱਟਤਾ, ਠੀਕ ਹੈ? ਤੇ ਉੱਥੇ ਉਹਨਾਂ ਨੂੰ ਇੱਕ ਕਾਲ ਕੋਠਰੀ ਦੇ ਵਿੱਚ ਕੈਦ ਕਰਤਾ ਜਾਂਦਾ ਸੀ, ਛੋਟੀ ਛੋਟੀ ਕਾਲ ਕੋਠਰੀਆਂ ਹੁੰਦੀਆਂ ਸੀਗੀਆਂ, ਤਾਂ ਉੱਥੇ ਉਹਨਾਂ ਨੂੰ ਇਕਾਂਤ ਦੇ ਵਿੱਚ ਰਹਿਣਾ ਪੈਂਦਾ ਸੀਗਾ ਉੱਥੇ, ਠੀਕ ਹੈ? ਪਰ ਸਾਨੂੰ ਇਹ ਅਧਿਕਾਰ ਮਿਲਦਾ ਹੈਗਾ ਵੀ ਅਸੀਂ ਇਕਾਂਤ ਦੇ ਇਸ ਕਾਰਾਵਾਸ ਦੇ ਵਿਰੁੱਧ ਵੀ ਅਸੀਂ ਆਪਣੀ ਆਵਾਜ਼ ਨੂੰ ਉਠਾ ਸਕਦੇ ਹਾਂ, ਸਾਡਾ ਇਹ ਮੌਲਿਕ ਅਧਿਕਾਰ ਹੈਗਾ।
ਸਾਊਦੀ ਅਰਬੀ ਜਿਹੜੇ ਅਰਬ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹ ਆਮ ਹੁੰਦਾ ਹੈਗਾ, ਜਿਹੜੇ ਸਾਡੇ ਖਾੜੀ ਦੇਸ਼ ਨੇ ਉਹਨਾਂ ਦੇ ਵਿੱਚ ਆਮ ਹੁੰਦਾ ਇਹ ਵੀ ਜਿਹੜੇ ਲੋਕ ਅਪਰਾਧ ਕਰਦੇ ਨੇ ਉਹਨੂੰ ਸ਼ਰੇਆਮ ਲੋਕਾਂ ਦੇ ਸਾਹਮਣੇ ਫਾਂਸੀ ਦੇ ਦਿੱਤੀ ਜਾਂਦੀ ਹੈ। ਪਰ ਭਾਰਤ 'ਚ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਭਾਰਤ ਦੇ ਵਿੱਚ ਤੁਸੀਂ ਨਾ ਤਾਂ ਕਿਸੇ ਵਿਅਕਤੀ ਦੀ ਫਾਂਸੀ ਨੂੰ ਲਾਈਵ ਕਰ ਸਕਦੇ ਹੋ, ਠੀਕ ਹੈ, ਨਾ ਤੁਸੀਂ ਕਿਸੇ ਨੂੰ ਆਮ ਜਨਤਾ ਦੇ ਸਾਹਮਣੇ ਫਾਂਸੀ ਦੇ ਸਕਦੇ ਹੋ। ਤਾਂ ਇਹ ਅਧਿਕਾਰ ਸਾਨੂੰ ਮਿਲਦਾ ਹੈ। ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਾਉਣ ਦਾ ਅਧਿਕਾਰ ਵੀ ਦੇਖੋ ਮਿਲਦਾ ਹੈ, ਠੀਕ ਹੈ। ਹੁਣ ਤਾਂ ਦੇਖੋ, ਪਰ ਇਹਦੇ ਵਿੱਚ ਕੀ ਹੈ ਵੀ ਤੁਹਾਡੀ ਉਮਰ ਜਿਹੜੀ ਹੈ ਉਹ ਹੁਣ 21 ਸਾਲ ਹੋ ਗਈ। ਪਹਿਲਾਂ 18 ਸਾਲ ਸੀ ਲੜਕੇ, ਹੁਣ 21 ਸਾਲ ਕਰ ਦਿੱਤੀ ਜਾਊਗੀ, ਹੈ ਨਾ। ਤਾਂ 21 ਸਾਲ ਤੋਂ ਬਾਅਦ ਹੀ ਤੁਸੀਂ ਕਰ ਸਕਦੇ, ਨਹੀਂ ਵੀ ਕੋਈ 14-15 ਸਾਲ ਦਾ ਬਾਲਕ ਕਹੇ ਵੀ ਮੈਂ ਤਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ, ਨਹੀਂ। ਸਰਕਾਰ ਦੇ ਜਿਹੜੇ ਉਮਰ ਵਿਆਹ ਸੰਬੰਧੀ ਜਿਹੜੇ ਨਿਯਮ ਨੇ ਜਾਂ ਉਮਰ ਜਿਹੜੀ ਇੱਕ ਨਿਰਧਾਰਿਤ ਕੀਤੀ ਗਈ ਹੈ, ਉਹ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਨਾਲ ਵੀ ਤੁਸੀਂ ਕੀ ਕਰ ਸਕਦੇ ਹੋ, ਵਿਆਹ ਕਰਾ ਸਕਦੇ ਹੋ। ਇਹ ਤੁਹਾਡਾ ਅਧਿਕਾਰ ਹੈਗਾ, ਤੁਹਾਡਾ ਮੌਲਿਕ ਅਧਿਕਾਰ ਹੈ, ਆਰਟੀਕਲ ਨੰਬਰ 21 ਦੇ ਵਿੱਚ ਮੈਂਸ਼ਨ ਕੀਤਾ। ਤਾਂ ਆਰਟੀਕਲ ਨੰਬਰ 21 ਦੇ ਵਿੱਚ ਬਹੁਤ ਸਾਰੇ ਅਧਿਕਾਰ ਸਾਨੂੰ ਮਿਲਦੇ ਨੇਗੇ, ਠੀਕ ਹੈ। ਲਾਈਫ ਐਂਡ ਪਰਸਨਲ ਲਿਬਰਟੀ ਦਾ ਅਧਿਕਾਰ ਸਾਨੂੰ ਮਿਲਦਾ ਇੱਥੇ, ਠੀਕ ਹੈ ਜੀ। ਜਿਉਣ ਦਾ ਅਧਿਕਾਰ ਸਾਨੂੰ ਮਿਲਦਾ। ਹਾਂ, ਸਾਨੂੰ ਮਰਨ ਦਾ ਅਧਿਕਾਰ ਨਹੀਂ ਹੈਗਾ। ਹਾਂ, ਮਰਨ ਦਾ ਅਧਿਕਾਰ ਹੈਗਾ ਰੇਅਰ ਇਨ ਦਾ ਰੇਅਰ ਕੇਸਿਸ ਦੇ ਵਿੱਚ, ਠੀਕ ਹੈ ਨਾ। ਉਹ 2018 ਦੇ ਵਿੱਚ ਕੇਸ ਹੋਇਆ ਸੀਗਾ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜੇ ਇਹਦਾ ਪਰਟੀਕੁਲਰ ਇਲਾਜ ਨਹੀਂ ਹੋ ਸਕਦਾ ਹੈਗਾ, ਠੀਕ ਹੈ, ਤਾਂ ਫਿਰ ਥੋੜੇ ਬਹੁਤ ਰੇਅਰ ਇਨ ਦਾ ਰੇਅਰ ਕੇਸਿਸ, ਮਤਲਬ ਇਹ ਕੋਈ ਪੋਸੀਬਿਲਿਟੀ ਨਹੀਂ ਕਿ ਇਲਾਜ ਹੋਣ ਦੀ ਜਾਂ ਕੁਝ ਵੀ ਹੈਗਾ, ਤਾਂ ਮਾਈਨਰ ਦੇ ਵਿੱਚ ਸਾਨੂੰ ਅਧਿਕਾਰ ਇਹ ਮਿਲਦਾ ਹੈਗਾ। ਪਰ ਜੇ ਤੁਸੀਂ ਆਪ ਕੋਸ਼ਿਸ਼ ਕਰਦੇ ਹੋ ਵੀ ਜੇ ਤੁਸੀਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਧਿਆਨ ਰੱਖਿਓ ਵੀ ਇਹ IPC ਦੀ ਧਾਰਾ 309 ਦੇ ਤਹਿਤ ਅਪਰਾਧ ਮੰਨਿਆ ਜਾਊਗਾ। ਜੇ ਤੁਸੀਂ ਬਚ ਜਾਂਦੇ ਹੋ ਤੁਹਾਡੇ ਖਿਲਾਫ IPC ਦੀ ਧਾਰਾ, ਤੁਸੀਂ ਆਪਣੇ ਆਪ ਨੂੰ ਮਾਰ ਨਹੀਂ ਸਕਦੇ, ਤੁਹਾਨੂੰ ਮਰਨ ਦਾ ਅਧਿਕਾਰ ਨਹੀਂ ਮਿਲਦਾ ਹੈਗਾ, ਠੀਕ ਹੈ ਨਾ। ਤਾਂ IPC ਦੀ ਧਾਰਾ 309 ਦੇ ਤਹਿਤ ਤੁਹਾਡੇ ਖਿਲਾਫ ਕੀ ਹੋ ਜਾਊਗਾ, ਫਿਰ ਕੇਸ ਦਰਜ ਹੋ ਜਾਊਗਾ। ਇਹ ਯਾਦ ਰੱਖਣਾ ਹੈ, ਠੀਕ ਹੈ ਜੀ। ਤਾਂ ਆਰਟੀਕਲ ਨੰਬਰ 21 ਹੈ, ਇਹ ਇੰਪੋਰਟੈਂਟ ਹੈ। ਆਰਟੀਕਲ ਨੰਬਰ 21 ਵੀ ਨਾ ਖਤਮ ਹੁੰਦਾ ਹੈ ਤੇ ਨਾ ਸਸਪੈਂਡ ਹੁੰਦਾ ਹੈ, ਠੀਕ ਹੈ। ਇਹ ਹੈ ਜਿਹਾ ਅਧਿਕਾਰ ਹੈ ਜਿਹੜਾ ਨਾ ਤਾਂ ਖਤਮ ਹੋ ਸਕਦਾ ਹੈ, ਨਾ ਕਦੇ ਇਹ ਸਸਪੈਂਡ ਹੋ ਸਕਦਾ, ਯਾਦ ਰੱਖਣਾ ਇਸ ਗੱਲ ਦਾ। ਨੈਕਸਟ ਹੈ ਜੀ ਆਰਟੀਕਲ ਨੰਬਰ 21A, ਜਿਹੜਾ 21A ਦੇ ਵਿੱਚ ਜੋੜਿਆ ਗਿਆ ਹੈਗਾ। ਤਾਂ ਸਾਡੀਆਂ ਅਦਾਲਤਾਂ ਨੇ ਬੜੇ ਕਾਫੀ ਸਾਰੇ ਕੁਐਸਚਨ ਉਠਾਏ ਸੀ ਵੀ ਸਿੱਖਿਆ ਦਾ ਅਧਿਕਾਰ ਵੀ ਸਾਡਾ ਮੌਲਿਕ ਅਧਿਕਾਰ ਹੋਣਾ ਚਾਹੀਦਾ ਹੈਗਾ। ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਪਹਿਲਾਂ ਨਹੀਂ ਸੀਗਾ, ਠੀਕ ਹੈ। ਮੂਲ ਸੰਵਿਧਾਨ ਦੇ ਵਿੱਚ ਸਿੱਖਿਆ ਅਧਿਕਾਰ ਸਾਡਾ ਮੌਲਿਕ ਅਧਿਕਾਰ ਨਹੀਂ ਸੀ, ਸਾਡਾ ਫੰਡਾਮੈਂਟਲ ਰਾਈਟਸ ਨਹੀਂ ਸੀਗਾ। ਪਹਿਲਾਂ ਇਹਨੂੰ ਸ਼ਾਮਲ ਕੀਤਾ ਗਿਆ ਸੀ ਸਾਡੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ। ਆਰਟੀਕਲ ਨੰਬਰ 15 ਦੇ 45 ਦੇ ਵਿੱਚ ਸ਼ਾਮਲ ਸੀਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਮਤਲਬ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ ਸੀ। ਪਰ ਇਹਨੂੰ ਬਾਅਦ ਵਿੱਚ ਬਣਾ ਦਿੱਤਾ ਗਿਆ ਸਾਡਾ ਮੌਲਿਕ ਅਧਿਕਾਰ, ਫੰਡਾਮੈਂਟਲ ਰਾਈਟ ਬਣਾ ਦਿੱਤਾ ਗਿਆ। ਤੇ ਕਦੋਂ ਬਣਾਇਆ ਗਿਆ ਜੀ ਇਹ ਬਣਾਇਆ ਗਿਆ ਸੀ 86 ਅਮੈਂਡਮੈਂਟ। 86 ਅਮੈਂਡਮੈਂਟ ਕਦੋਂ ਹੋਈ ਸੀ? ਇਹ 2002 ਦੇ ਵਿੱਚ ਹੋਈ ਸੀ, ਜਿਹਦੇ ਤਹਿਤ ਕੀ ਕਿਹਾ ਗਿਆ ਵੀ 6 ਤੋਂ ਲੈ ਕੇ ਜਿਹੜੇ 14 ਸਾਲ ਦੇ ਬਾਲਕ ਨੇ ਉਹਨਾਂ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਤੇ ਫਿਰ ਬਾਅਦ ਜੇ ਤੇ ਕੀ ਬਣਾਤਾ, ਕਾਨੂੰਨ ਬਣਾਤਾ। ਕਿਹੜਾ ਕਾਨੂੰਨ ਸੀ ਜੀ? RTE ਐਕਟ 2009 ਦਾ। ਇੰਪਲੀਮੈਂਟ ਕਦੋਂ ਹੋਇਆ ਇਹ? 1 ਅਪ੍ਰੈਲ 2010 ਦੇ ਵਿੱਚ ਇੰਪਲੀਮੈਂਟ ਹੋ ਗਿਆ ਪੂਰੇ ਭਾਰਤ ਦੇ ਵਿੱਚ, ਠੀਕ ਹੈ ਜੀ। ਤਾਂ ਸਿੱਖਿਆ ਦਾ ਅਧਿਕਾਰ ਵੀ ਸਾਡਾ ਇੱਕ ਮੌਲਿਕ ਅਧਿਕਾਰ ਹੈ, ਸਾਡਾ ਮੂਲ ਅਧਿਕਾਰ ਹੈ। ਪਹਿਲਾਂ ਕੀ ਸੀਗਾ? ਆਰਟੀਕਲ ਨੰਬਰ 45 ਵਿੱਚ ਸੀਗਾ ਇਹ। ਤਾਂ ਉੱਥੇ ਕੀ ਸੀਗਾ? ਇਹ ਰਾਜ ਦੀ ਮਰਜ਼ੀ ਸੀਗੀ। ਰਾਜ ਦੀ ਮਰਜ਼ੀ ਕੀ ਸੀਗੀ? ਵੀ ਉਹ ਉਹਨੂੰ ਦੇਵੇ ਜਾਂ ਉਹਨੂੰ ਨਾ ਦੇਵੇ, ਠੀਕ ਹੈ। ਪਰ ਹੁਣ ਸਾਨੂੰ ਹਰ ਹਾਲ ਦੇ ਵਿੱਚ ਇਹ ਮਿਲਣੇ ਹੀ ਮਿਲਣੇ ਨੇ। ਹੁਣ ਇਹ ਰਾਜ ਦੀ ਜ਼ਿੰਮੇਵਾਰੀ ਬਣ ਗਈ, ਮਤਲਬ ਰਾਜ ਨੂੰ ਹਰ ਹਾਲ ਦੇ ਵਿੱਚ ਪੂਰਾ ਕਰਾਊਗਾ ਹੀ ਕਰਾਊਗਾ, ਸਾਨੂੰ ਹਰ ਹਾਲ ਦੇ ਵਿੱਚ ਇਹ ਦੇਊਗਾ ਹੀ ਦੇਊਗਾ। ਕਿਉਂ ਬਈ? ਕਿਉਂਕਿ ਸਾਡੇ ਮੌਲਿਕ ਅਧਿਕਾਰ ਨੇ ਇਹ। ਗੱਲ ਕਲੀਅਰ ਹੈ? ਚਲੋ ਹੁਣ ਜਿਹੜਾ ਨਾ ਸਸਪੈਂਡ ਨਾ ਖਤਮ, ਇਹ ਅਸੀਂ ਗੱਲ ਕੀਤੀ ਸੀ ਆਰਟੀਕਲ ਨੰਬਰ 20 ਤੇ 21 ਦੀ, ਠੀਕ ਹੈ। ਦੋ ਆਰਟੀਕਲ ਨੇ ਸਾਡੇ ਮੇਨ ਅਧਿਕਾਰ ਨੇ, ਸੁਤੰਤਰਤਾਵਾਂ ਨੇ ਦੋ, ਜਿਹੜੀਆਂ ਨਾ ਤਾਂ ਕਦੇ ਖਤਮ ਹੋ ਸਕਦੀਆਂ ਨੇ ਤੇ ਨਾ ਹੀ ਕਦੇ ਇਹਨੂੰ ਸਸਪੈਂਡ ਕੀਤਾ ਜਾ ਸਕਦਾ। ਤਾਂ ਆਰਟੀਕਲ ਨੰਬਰ 20 ਤੇ ਆਰਟੀਕਲ ਨੰਬਰ 21 ਦੇ ਵਿੱਚ ਜੋ ਮੈਂਸ਼ਨ ਕੀਤਾ ਗਿਆ, ਨਾ ਤਾਂ ਕਦੇ ਖਤਮ ਹੁੰਦਾ ਹੈ ਤੇ ਨਾ ਕਦੇ ਉਹ ਸਸਪੈਂਡ ਹੋ ਸਕਦਾ ਹੈ। ਆਰਟੀਕਲ ਨੰਬਰ 22 ਦੀ ਗੱਲ ਕਰਦੇ ਹਾਂ, ਗ੍ਰਿਫਤਾਰੀ ਅਤੇ ਨਜ਼ਰਬੰਦੀ ਤੋਂ ਸੰਰਖਣ। ਆਰਟੀਕਲ ਨੰਬਰ 20 ਤੇ 22 ਦੇ ਵਿੱਚ ਤੁਸੀਂ ਉਲਝ ਸਕਦੇ ਹੋਗੇ, ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ। ਉਹ ਦੋਸ਼ ਸਿੱਧੀ ਸੰਬੰਧ ਵਿੱਚ ਹੈ, ਇੱਥੇ ਗ੍ਰਿਫਤਾਰੀ ਤੋਂ ਸੰਰਖਣ ਜਾਂ ਨਜ਼ਰਬੰਦੀ ਤੋਂ ਸੰਰਖਣ ਹੈ, ਠੀਕ ਹੈ। ਤਾਂ ਇਹ ਅਧਿਕਾਰ ਸਾਨੂੰ ਕਿਉਂ ਮਿਲਦਾ ਬਈ, ਠੀਕ ਹੈ, ਇਹਦੇ ਬਾਰੇ ਆਪਾਂ ਦੇਖਦੇ ਹਾਂ। ਪਹਿਲੀ ਗੱਲ ਤਾਂ ਬਿਨਾਂ ਵਜ੍ਹਾ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਹੈਗਾ, ਠੀਕ ਹੈ। ਬਿਨਾਂ ਵਜ੍ਹਾ ਤੁਹਾਨੂੰ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਹੈਗਾ, ਠੀਕ ਹੈ। ਤੇ ਜੇ ਮਹਿਲਾ ਨੂੰ ਗ੍ਰਿਫਤਾਰ ਕਰਨਾ ਤਾਂ ਉੱਥੇ ਮਹਿਲਾ ਪੁਲਿਸ ਹੀ ਜਾਊਗੀ, ਤੁਹਾਡਾ ਅਧਿਕਾਰ ਹੈ ਇਹ, ਠੀਕ ਹੈ। ਤਾਂ ਇਸ ਤਰ੍ਹਾਂ ਬਹੁਤ ਸਾਰੇ ਅਧਿਕਾਰ ਸਾਨੂੰ ਮਿਲਦੇ ਹੁੰਦੇ ਨੇ। ਤਾਂ ਆਰਟੀਕਲ ਨੰਬਰ 22 ਦੇ ਵਿੱਚ ਪਰਟੀਕੂਲਰ ਤੌਰ ਤੇ ਕੀ ਮੈਂਸ਼ਨ ਕੀਤਾ ਗਿਆ ਹੈਗਾ, ਤੇ ਇਹਦੇ ਵਿੱਚ ਕੀ ਹੈ ਜੀ? ਆਪਣੀ ਗ੍ਰਿਫਤਾਰੀ ਦੇ ਕਾਰਨ ਜਾਣਨ ਦਾ ਤੁਹਾਨੂੰ ਅਧਿਕਾਰ ਹੈ। ਪੁਲਿਸ ਬੇਵਜ੍ਹਾ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਹੈਗੀ, ਤੁਹਾਨੂੰ ਪਤਾ ਹੋਵੇ ਤੁਹਾਡੀ ਗ੍ਰਿਫਤਾਰੀ ਦਾ ਕਾਰਨ ਕੀ ਹੈ, ਠੀਕ ਹੈ ਨਾ। ਅੱਛਾ ਚਲੋ ਮੰਨ ਲਓ ਗ੍ਰਿਫਤਾਰ ਕਰ ਲੈਂਦੀ ਹੈ, ਫਿਰ ਤੁਸੀਂ ਆਪਣੇ ਵਕੀਲ ਨਾਲ ਸਲਾਹ ਕਰੋ, ਠੀਕ ਹੈ, ਤੇ ਬਚਾਓ ਦਾ ਜਿਹੜਾ
ਅਧਿਕਾਰ ਹੈ, ਤੁਹਾਡੇ ਆਪਣੇ ਪਰਿਵਾਰ ਨੂੰ ਮਿਲਣ ਦਾ, ਤੁਹਾਡੇ ਆਪਣੇ ਵਕੀਲ ਨੂੰ ਮਿਲਣ ਦਾ, ਤੁਹਾਡੇ ਬਚਾਓ ਕਰਨ ਦਾ ਤੁਹਾਨੂੰ ਅਧਿਕਾਰ ਹੋਣਾ ਚਾਹੀਦਾ ਹੈ। ਠੀਕ ਹੈ, ਵਕੀਲ ਕਰ ਸਕੋ ਨਾ। ਫਿਰ ਜੀ ਮੰਨ ਲਓ ਗ੍ਰਿਫਤਾਰ ਕਰ ਲੈਂਦੀ ਹੈ, ਤੁਸੀਂ ਅਪਰਾਧ ਕੀਤਾ ਕੋਈ, ਤਾਂ ਫਿਰ 24 ਘੰਟੇ ਦੇ ਅੰਦਰ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣ ਦਾ ਅਧਿਕਾਰ ਵੀ ਤੁਹਾਡਾ ਅਧਿਕਾਰ ਹੈ। ਠੀਕ ਹੈ, ਇਹ ਕਿਉਂ ਮਿਲਿਆ ਹੈਗਾ? ਕਿਉਂਕਿ ਮੰਨ ਲਓ ਹੁਣ ਪੁਲਿਸ ਨੂੰ ਲੈ ਕੇ ਚਲੀ ਗਈ, ਕਿੱਥੇ ਲੈ ਕੇ ਚਲੀ ਗਈ ਹੈ ਨਾ, ਕੱਲ ਨੂੰ ਤੁਹਾਡਾ ਪਰਿਵਾਰ ਪੁੱਛੇ ਜੀ ਪੁਲਿਸ ਨੂੰ ਵੀ ਦੱਸੋ ਕਿੱਥੇ ਵੀ ਸਾਡਾ ਬੱਚਾ ਜਾਂ ਸਾਡਾ ਬੰਦਾ ਕਿੱਥੇ ਹੈਗਾ ਇਹ, ਫਿਰ ਤੁਸੀਂ ਕੀ ਪੁਲਿਸ ਕੀ ਜਵਾਬ ਦਿਓਗੇ? ਅਸੀਂ ਤਾਂ ਲੈ ਕੇ ਨਹੀਂ ਗਏ ਇਹਨੂੰ। ਠੀਕ ਹੈ, ਤਾਂ ਤੁਹਾਡਾ ਇਹ ਅਧਿਕਾਰ ਹੈ ਵੀ 24 ਘੰਟੇ ਦੇ ਅੰਦਰ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਤੁਹਾਨੂੰ ਪੇਸ਼ ਕੀਤਾ ਜਾਵੇ। ਜੇ ਮੈਜਿਸਟ੍ਰੇਟ ਇਹ ਕਹਿ ਦਿੰਦਾ ਹੈ ਵੀ ਇਸ ਵਿਅਕਤੀ ਨੂੰ ਛੱਡ ਦਿੱਤਾ ਜਾਵੇ ਜਾਂ ਉਹਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਤਾ ਜਾਵੇ, ਫਿਰ ਤਾਂ ਦੇਖੋ ਰਿਮਾਂਡ ਤੇ ਚਲਾ ਜਾਂਦਾ ਉਹ, ਹਨਾ, ਜਾਂ ਪੁਲਿਸ ਰਿਮਾਂਡ ਤੇ ਲੈਂਦਾ, ਜੁਡੀਸ਼ੀਅਲ ਰਿਮਾਂਡ ਤੇ ਚਲਾ ਜਾਂਦਾ ਨਾ। ਜੇ ਮੈਜਿਸਟ੍ਰੇਟ ਇਹ ਕਹਿ ਦਿੰਦੇ ਨੇ ਵੀ ਇਸ ਬੰਦੇ ਨੂੰ ਇਹਨੇ ਕੋਈ ਅਪਰਾਧ ਨਹੀਂ ਕੀਤਾ ਹੈਗਾ ਤਾਂ ਇਹਨੂੰ ਛੱਡਿਆ ਜਾਵੇ, ਤਾਂ 24 ਘੰਟੇ ਦੇ ਅੰਦਰ ਅੰਦਰ ਇਹਨੂੰ ਛੱਡਣਾ ਵੀ ਜ਼ਰੂਰੀ ਹੈਗਾ। ਪਰ ਉਹਦੇ ਵਿੱਚ ਜਿਹੜਾ ਸਫ਼ਰ ਦਾ ਸਮਾਂ ਹੁੰਦਾ ਉਹਨੂੰ ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਕਰਦੇ ਹੁੰਦੇ। ਠੀਕ ਹੈ, ਤਾਂ ਯਾਦ ਰੱਖਣਾ ਜੀ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਛੱਡਣਾ ਵੀ ਜ਼ਰੂਰੀ ਹੁੰਦਾ ਹੈ। ਇੱਕ ਇੱਥੇ ਟਾਡਾ ਤੇ ਪੋਟਾ ਦੀ ਗੱਲ ਕੀਤੀ ਹੈ, ਇਹ ਸਾਡੇ ਬੜੇ ਖਤਰਨਾਕ ਕਾਨੂੰਨ ਸੀਗੇ। ਟਾਡਾ 1985 ਦੇ ਵਿੱਚ ਆਇਆ ਸੀਗਾ, ਠੀਕ ਹੈ, ਤੇ ਪੋਟਾ ਜਿਹੜਾ ਸੀ ਇਹ 2002 ਦੇ ਵਿੱਚ ਆਇਆ ਸੀ। ਇਹ ਅੱਤਵਾਦੀ ਗਤੀਵਿਧੀਆਂ ਤੋਂ ਬਚਾਓ ਦੇ ਲਈ ਜਾਂ ਉਹਨਾਂ ਨੂੰ ਰੋਕਣ ਦੇ ਲਈ ਅੱਤਵਾਦੀ ਗਤੀਵਿਧੀਆਂ ਨੂੰ ਤਾਂ ਸਾਡੇ ਦੇਸ਼ ਦੇ ਵਿੱਚ ਇਹ ਕਾਨੂੰਨ ਨੂੰ ਲਾਗੂ ਕੀਤਾ ਗਿਆ ਸੀਗਾ। ਪਰ ਹੁਣ ਸਾਡੇ ਦੋਨੇ ਵੀ ਇਹ ਕਾਨੂੰਨ ਜਿਹੜੇ ਨੇ ਉਹ ਪੋਟਾ ਜਿਹੜਾ ਆਇਆ ਸੀ ਟਾਡਾ ਦੀ ਜਗ੍ਹਾ ਤੇ ਆਇਆ ਸੀ 1995 ਦੇ ਵਿੱਚ ਟਾਡਾ ਖਤਮ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਪੋਟਾ ਜਿਹੜਾ ਸੀ ਉਹ ਲਾਗੂ ਕੀਤਾ ਗਿਆ ਸੀਗਾ 2002 ਦੇ ਵਿੱਚ। ਤੁਸੀਂ ਦੇਖੋਗੇ ਬਾਲੀਵੁੱਡ ਦਾ ਇੱਕ ਐਕਟਰ ਸੀਗਾ ਸੰਜੇ ਦੱਤ, ਉਹਦੇ ਉੱਪਰ ਟਾਡਾ ਲੱਗਿਆ ਸੀਗਾ। ਠੀਕ ਹੈ, ਤਾਂ ਇਹਦੇ ਵਿੱਚ ਤੁਸੀਂ ਨਾ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ ਹੀ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੇ ਸੀਗੇ। ਇਹ ਬੜੇ ਖਤਰਨਾਕ ਕਾਨੂੰਨ ਸੀਗੇ। 2002 ਦੇ ਵਿੱਚ ਪੋਟਾ ਬਣਿਆ ਸੀ, ਪਰ 2004 ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਬਣੀ ਹੈ ਤਾਂ ਮਨਮੋਹਨ ਸਿੰਘ ਸਰਕਾਰ ਨੇ ਆਉਂਦੇ ਸਾਰ ਕੀ ਕਰਤਾ ਸੀਗਾ, ਪੋਟਾ ਨੂੰ ਖਤਮ ਕਰਤਾ ਸੀਗਾ। ਤਾਂ ਆਰਟੀਕਲ ਨੰਬਰ 22 ਯਾਦ ਰੱਖਣਾ ਹੈ ਜੀ। ਠੀਕ ਹੈ, ਇਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਸੁਤੰਤਰਤਾਵਾਂ ਮਿਲਦੀਆਂ ਨੇਗੀਆਂ, ਬਹੁਤ ਸਾਰੇ ਸਾਡੇ ਅਧਿਕਾਰ ਮਿਲਦੇ ਨੇਗੇ। ਸਾਨੂੰ ਗ੍ਰਿਫਤਾਰੀ ਅਤੇ ਨਜ਼ਰਬੰਦੀ ਸੁਰੱਖਿਆ ਦਾ ਅਧਿਕਾਰ ਸਾਨੂੰ ਮਿਲਦਾ, ਸੁਤੰਤਰਤਾ ਮਿਲਦੀ ਹੈ, ਤਾਂ ਯਾਦ ਰੱਖਣਾ ਇਹ। ਤਾਂ ਇਹ ਸੀ ਤੁਹਾਡਾ ਸੁਤੰਤਰਤਾ ਸੰਬੰਧੀ ਮਤਲਬ ਤੁਹਾਨੂੰ ਸੁਤੰਤਰਤਾ ਮਿਲਦੀ ਹੈ, ਸੁਤੰਤਰਤਾ ਅਧਿਕਾਰ ਤੁਹਾਨੂੰ ਮਿਲਦਾ ਹੈਗਾ। ਠੀਕ ਹੈ, ਕਈ ਪ੍ਰਕਾਰ ਦੀ ਸੁਤੰਤਰਤਾ ਅਸੀਂ ਆਰਟੀਕਲ ਨੰਬਰ 19 ਦੇ ਵਿੱਚ ਗੱਲ ਕੀਤੀ ਹੈ, ਆਰਟੀਕਲ ਨੰਬਰ 20 'ਚ ਕੀਤੀ ਹੈ, 21 'ਚ ਕੀਤੀ ਹੈ, ਤੇ 21A 'ਚ ਕੀਤੀ ਹੈ, ਤੇ ਆਰਟੀਕਲ ਨੰਬਰ ਜਿਹੜਾ Y ਹੈ ਸਾਡਾ ਉਹਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅਗਲੇ ਅਧਿਕਾਰ ਦੀ, ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਦੇ ਵਿੱਚ ਸਾਡਾ ਤੀਸਰਾ ਅਧਿਕਾਰ ਹੈ, ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਅਨੁਛੇਦ ਨੰਬਰ 23 ਤੇ ਅਨੁਛੇਦ ਨੰਬਰ 24 ਦੇ ਵਿੱਚ ਇਹਦਾ ਵਰਣਨ ਜਿਹੜਾ ਉਹ ਕੀਤਾ ਗਿਆ ਹੈਗਾ। ਠੀਕ ਹੈ, ਤਾਂ ਇਹਨੂੰ ਇੱਥੇ ਇਕੱਠਾ ਲਿਖਿਆ ਹੋਇਆ ਦੇਖੋ, ਕਈ ਵਾਰ ਤੁਹਾਨੂੰ ਪੁੱਛ ਲੈਂਦਾ ਐਗਜ਼ਾਮ ਦੇ ਵਿੱਚ ਵੀ ਸ਼ੋਸ਼ਣ ਦੇ ਵਿਰੁੱਧ ਜਿਹੜਾ ਅਧਿਕਾਰ ਹੈ ਤੁਹਾਡਾ ਉਹ ਕਿੰਨੇ ਤੋਂ ਕਿੰਨੇ ਆਰਟੀਕਲ ਦੇ ਵਿੱਚ ਉਹਦਾ ਵਰਣਨ ਕੀਤਾ ਗਿਆ ਹੈਗਾ। ਤਾਂ ਤੁਸੀਂ ਕਹੋਗੇ 23 ਤੋਂ ਲੈ ਕੇ 24 ਤੱਕ ਉਹਦਾ ਵਰਣਨ ਜਿਹੜਾ ਉਹ ਸਾਡੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈਗਾ। ਅਨੁਛੇਦ ਨੰਬਰ 23 ਕੀ ਕਹਿੰਦਾ ਹੈ? ਮਨੁੱਖੀ ਵਪਾਰ ਅਤੇ ਵਗਾਰ ਤੇ ਰੋਕ। ਠੀਕ ਹੈ, ਹੁਣ 1947 ਤੋਂ ਪਹਿਲਾਂ ਦੇਖ ਲਈਏ ਜਾਂ ਅਸੀਂ ਮੁਗਲ ਕਾਲ 'ਚ ਦੇਖ ਲਈਏ ਜਾਂ ਸਲਤਨਤ ਕਾਲ 'ਚ ਦੇਖ ਲਈਏ, ਜਿਵੇਂ ਫਿਰੋਜ਼ ਤੁਗਲਕ ਸੀ। ਦੇਖੋ ਫਿਰੋਜ਼ ਤੁਗਲਕ ਕੋਲ ਲੱਖਾਂ ਦੀ ਗਿਣਤੀ ਦੇ ਵਿੱਚ ਕੀ ਹੁੰਦੇ ਸੀਗੇ, ਗੁਲਾਮ ਹੁੰਦੇ ਸੀਗੇ। ਠੀਕ ਹੈ, ਤਾਂ ਗੁਲਾਮਾਂ ਨੂੰ ਖਰੀਦਿਆ ਜਾਂਦਾ ਸੀ, ਵੇਚਿਆ ਜਾਂਦਾ ਸੀਗਾ, ਜ਼ਬਰਦਸਤੀ ਉਹਨਾਂ ਤੋਂ ਵਗਾਰ ਕਰਵਾਈ ਜਾਂਦੀ ਸੀਗੀ। ਪਰ ਹੁਣ ਸਾਡਾ ਸੰਵਿਧਾਨ ਕੀ ਕਹਿੰਦਾ ਹੈ? ਸਾਡਾ ਸੰਵਿਧਾਨ ਸਾਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਦਿੰਦਾ ਹੈ। ਸਾਡਾ ਸੰਵਿਧਾਨ ਸਾਨੂੰ ਸਮਾਨਤਾ ਦੇ ਅਧਿਕਾਰ ਦਿੰਦਾ ਹੈ, ਸਾਨੂੰ ਸੁਤੰਤਰਤਾ ਦੇ ਅਧਿਕਾਰ ਦਿੰਦਾ ਹੈ, ਸਾਨੂੰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਿੰਦਾ ਹੈ ਵੀ ਅਸੀਂ ਕਿਸੇ ਵਿਅਕਤੀ ਦਾ ਸ਼ੋਸ਼ਣ ਨਹੀਂ ਕਰ ਸਕਦੇ ਜਾਂ ਸਾਡਾ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਤਾਂ ਉਹਦਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਸਾਨੂੰ ਮਿਲਿਆ ਜੀ ਆਰਟੀਕਲ ਨੰਬਰ 23 ਤੇ ਆਰਟੀਕਲ ਨੰਬਰ 24 ਦੇ ਵਿੱਚ। ਆਰਟੀਕਲ ਨੰਬਰ 23 ਕੀ ਕਹਿੰਦਾ ਜੀ? ਮਨੁੱਖੀ ਵਪਾਰ ਅਤੇ ਵਗਾਰ ਤੇ ਰੋਕ ਲਾਉਂਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ? ਦਾਸ ਪ੍ਰਥਾ ਤੇ ਰੋਕ ਲਾਈ ਗਈ ਹੈ। ਹਾਂਜੀ, ਦਾਸ ਪ੍ਰਥਾ ਤੇ ਦੇਖੋ ਪਹਿਲਾਂ ਵਾਲੇ ਸਮੇਂ 'ਚ ਕੀ ਹੁੰਦਾ ਸੀ, ਬਹੁਤ ਸਾਰੇ ਦਾਸ ਰੱਖੇ ਜਾਂਦੇ ਸੀ। ਮੈਂ ਆਪਾਂ ਗੱਲ ਕਰ ਚੁੱਕੇ ਹਾਂ, ਦਾਸਾਂ ਨੂੰ ਖਰੀਦਿਆ ਜਾਂਦਾ ਸੀ, ਵੇਚਿਆ ਜਾਂਦਾ ਸੀ, ਹਨਾ, ਤੇ ਉੱਤੇ ਰੋਕ ਲਾਈ ਗਈ ਹੈ। ਕਿਸੇ ਤੋਂ ਤੁਸੀਂ ਜ਼ਬਰਦਸਤੀ ਵਗਾਰ ਨਹੀਂ ਕਰਵਾ ਸਕਦੇ। ਵਗਾਰ ਦਾ ਮਤਲਬ ਵੀ ਤੁਸੀਂ ਕਿਸ ਤੋਂ ਕੰਮ ਕਰਵਾਇਆ ਤੇ ਉਹਨੂੰ ਪੈਸੇ ਨਾ ਦਿੱਤੇ, ਜਾਂ ਉਹ ਲੰਬੇ ਸਮੇਂ ਤੋਂ ਤੁਸੀਂ ਉਹਨੂੰ ਉਹਦੇ ਦਾਦੇ ਪੜਦਾਦੇ ਨੂੰ ਤੁਸੀਂ ਕੋਈ ਪੈਸਾ ਦਿੱਤਾ ਸੀ ਤੇ ਉਹ ਤੋਂ ਤੁਸੀਂ ਕੰਮ ਕਰਵਾਈ ਜਾਂਦੇ ਹੋ ਨਾ। ਠੀਕ ਹੈ, ਉਹਦੇ ਅੱਗੇ ਉਹ ਤੋਂ ਕੰਮ ਕਰਵਾਈ ਗਏ, ਫਿਰ ਉਹਦੇ ਅੱਗੇ ਬੱਚੇ ਤੋਂ ਕੰਮ ਕਰਵਾਈ ਗਏ, ਅੱਗੇ ਉਹਦੇ ਬੱਚੇ ਤੋਂ ਕੰਮ ਕਰਵਾਈ ਗਏ, ਹਨਾ, ਤਾਂ ਵਗਾਰ ਹੈ। ਮਨੁੱਖਾਂ ਦੀ ਖਰੀਦ ਤੇ ਵੇਚ ਤੇ ਰੋਕ ਲਾਈ ਗਈ ਇਹਦੇ ਤਹਿਤ। ਇਸਤਰੀਆਂ ਤੇ ਬੱਚਿਆਂ ਦਾ ਅਨੈਤਿਕ ਵਪਾਰ ਜਿਹੜਾ ਹੁੰਦਾ ਸੀ ਪਹਿਲਾਂ, ਉਹ ਤੇ ਰੋਕ ਲਾਈ ਗਈ ਹੈ। ਠੀਕ ਹੈ, ਬੰਧੂਆ ਮਜ਼ਦੂਰੀ ਤੇ ਰੋਕ ਲਾਈ ਗਈ ਹੈ। ਬੰਧੂਆ ਮਜ਼ਦੂਰੀ ਮਤਲਬ ਤੁਸੀਂ ਕਿਸੇ ਨੂੰ ਬੰਦੀ ਬਣਾ ਕੇ, ਉਹਨੂੰ ਗੁਲਾਮ ਬਣਾ ਕੇ ਉਹ ਤੋਂ ਮਜ਼ਦੂਰੀ ਕਰਵਾ ਰਹੇ ਹੋ, ਜ਼ਬਰਦਸਤੀ ਕੰਮ ਕਰਵਾ ਰਹੇ ਹੋ। ਤਾਂ ਆਰਟੀਕਲ ਨੰਬਰ ਜਿਹੜਾ 23 ਹੈ ਸਾਡਾ, ਉਹ ਸਾਡੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕੀ ਕਰ ਦਿੰਦਾ ਹੈ? ਰੋਕ ਲਾ ਦਿੰਦਾ ਹੈ। ਹੁਣ ਇਹਦੇ ਲਈ ਫਿਰ ਕੀ ਕੀਤਾ ਗਿਆ? ਇਹਦੇ ਲਈ ਬਹੁਤ ਸਾਰੇ ਕਾਨੂੰਨ ਬਣਾਏ ਨੇ। ਜਿਵੇਂ 1976 'ਚ ਕਾਨੂੰਨ ਬਣਿਆ ਸੀ ਇੱਕ ਬੰਧੂਆ ਮਜ਼ਦੂਰੀ ਖਾਤਮਾ ਕਾਨੂੰਨ, 1976 ਦਾ ਬਣਿਆ ਹੋਇਆ ਇਹ। ਠੀਕ ਹੈ, ਤੇ ਫਿਰ ਇੱਕ ਕਾਨੂੰਨ ਬਾਅਦ 'ਚ ਬਣਿਆ ਸੀਗਾ ਮਹਿਲਾ ਅਤੇ ਬਾਲ ਅਨੈਤਿਕ ਵਪਾਰ ਖਾਤਮਾ ਕਾਨੂੰਨ, 1980
1986 ਦੇ ਵਿੱਚ। ਠੀਕ ਹੈ, ਇਹਦੇ ਤਹਿਤ ਕੀ ਹੈ ਵੀ ਜੇ ਤੁਸੀਂ ਕਿਸੇ ਵੀ ਬੱਚੇ ਦਾ ਜਾਂ ਕਿਸੇ ਵੀ ਮਹਿਲਾ ਦਾ ਅਨੈਤਿਕ ਵਪਾਰ ਕਰਦੇ ਹੋ ਤਾਂ ਤੁਹਾਨੂੰ ਉਸ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। ਤੁਸੀਂ ਕਿਸੇ ਤੋਂ ਜਬਰੀ ਕੋਈ ਕੰਮ ਕਰਵਾਉਂਦੇ ਹੋ, ਉਹਨੂੰ ਮਜ਼ਦੂਰ ਬਣਾ ਕੇ ਰੱਖਿਆ ਹੋਇਆ, ਤੁਸੀਂ ਬੰਦੂਆ ਬਣਾ ਕੇ ਰੱਖਿਆ ਹੋਇਆ ਤੁਸੀਂ ਉਹਨੂੰ, ਠੀਕ ਹੈ ਜੀ, ਜਿਵੇਂ ਬਹੁਤ ਸਾਰੇ ਭੱਠਿਆਂ ਦੇ ਉੱਪਰ ਜਾਂ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਪਰ ਬਹੁਤ ਸਾਰੇ ਲੋਕ ਜਿਹੜੇ ਨੇਗੇ, ਠੀਕ ਹੈ, ਅਲੱਗ-ਅਲੱਗ ਘਰਾਂ ਦੇ ਵਿੱਚ, ਠੀਕ ਹੈ, ਹੋਟਲਾਂ ਦੇ ਵਿੱਚ ਜ਼ਬਰਦਸਤੀ ਉਹਨਾਂ ਨੂੰ ਗੁਲਾਮ ਬਣਾ ਕੇ ਰੱਖ ਲੈਂਦੇ ਨੇਗੇ, ਤਾਂ ਉਹਨਾਂ ਦੇ ਖਿਲਾਫ ਜਿਹੜੀ ਉਹ ਰੋਕ ਲਾਈ ਜਾ ਸਕਦੀ ਹੈਗੀ, ਜਾਂ ਉਹ ਉਹਨਾਂ ਨੂੰ ਵਿਅਕਤੀਆਂ ਨੂੰ ਜਿਹੜੇ ਜਿਨ੍ਹਾਂ ਨੇ ਕੀਤਾ ਕੰਮ ਇਹ, ਤਾਂ ਉਹਨਾਂ ਨੂੰ ਉਸ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। ਠੀਕ ਹੈ, ਤਾਂ ਆਰਟੀਕਲ ਨੰਬਰ 23 ਕਹਿੰਦਾ ਇਹ। ਨੈਕਸਟ ਆਰਟੀਕਲ ਦੇਖਦੇ ਹਾਂ ਅਸੀਂ, ਆਰਟੀਕਲ ਨੰਬਰ 24 ਸਾਡਾ ਬਾਲ ਮਜ਼ਦੂਰੀ ਤੇ ਰੋਕ। ਠੀਕ ਹੈ, ਤਾਂ ਇੱਥੇ ਜਿਹੜਾ ਬਾਲ ਮਜ਼ਦੂਰੀ ਦਾ ਮਤਲਬ ਕੀ ਹੈ, ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਬਾਲ ਮਜ਼ਦੂਰੀ ਦਾ ਮਤਲਬ ਕੀ ਹੈ ਇੱਥੇ। ਹਾਂਜੀ, ਤਾਂ ਬਾਲ ਮਜ਼ਦੂਰੀ ਦਾ ਮਤਲਬ ਕੀ ਹੈ ਇੱਥੇ? ਬਾਲ ਮਜ਼ਦੂਰੀ ਦਾ ਮਤਲਬ ਹੈ ਵੀ ਜੇ ਕੋਈ ਬਾਲਕ 14 ਸਾਲ ਤੋਂ ਘੱਟ ਦਾ ਹੈ, 14 ਸਾਲ ਤੋਂ ਘੱਟ ਦਾ ਹੈ, ਤੇ ਤੁਸੀਂ ਉਹ ਤੋਂ ਕੋਈ ਇਹੋ ਜਿਹਾ ਕੰਮ ਨਹੀਂ ਕਰਵਾ ਸਕਦੇ ਹੈਗੇ ਜਿਹਦੇ ਨਾਲ ਉਹਦੀ ਫਿਜ਼ੀਕਲ ਮਤਲਬ ਉਹਦਾ ਸਰੀਰਕ ਤੇ ਉਹਦਾ ਮਾਨਸਿਕ ਵਿਕਾਸ ਪ੍ਰਭਾਵਿਤ ਹੁੰਦਾ ਹੋਵੇ। ਤੁਸੀਂ ਕਿਸੇ ਵੀ ਬਾਲਕ ਤੋਂ ਇਹੋ ਜਿਹਾ ਕੰਮ ਨਹੀਂ ਕਰਵਾ ਸਕਦੇ ਹੈਗੇ ਜਿਹਦੇ ਨਾਲ ਉਹਦਾ ਮਾਨਸਿਕ ਅਤੇ ਉਹਦਾ ਸਰੀਰਕ ਵਿਕਾਸ ਪ੍ਰਭਾਵਿਤ ਹੁੰਦਾ ਹੋਵੇ। ਗੱਲ ਕਲੀਅਰ ਹੈ? ਠੀਕ ਹੈ ਜੀ। ਜੇ ਤੁਸੀਂ ਕਰਵਾਉਂਦੇ ਹੋ ਤਾਂ ਉਹਦੇ ਵਾਸਤੇ ਫਿਰ ਬਾਲ ਮਜ਼ਦੂਰੀ ਰੋਕ ਕਾਨੂੰਨ 1986, ਜਿਹਨੂੰ ਬਾਅਦ ਦੇ ਵਿੱਚ 2006 ਦੇ ਵਿੱਚ ਅਮੈਂਡਮੈਂਟ ਕੀਤਾ ਗਿਆ ਸੀ, ਕਈ ਵਾਰ ਕੁਐਸਚਨ ਬਣ ਚੁੱਕਿਆ ਇਹ ਪੇਪਰ ਦੇ ਵਿੱਚ। ਠੀਕ ਹੈ, ਤਾਂ ਉਹਦੇ ਤਹਿਤ, ਉਸ ਕਾਨੂੰਨ ਦੇ ਤਹਿਤ ਤੁਹਾਨੂੰ ਸਜ਼ਾ ਮਿਲ ਸਕਦੀ ਹੈ। ਠੀਕ ਹੈ, ਤਾਂ ਬਾਲ ਮਜ਼ਦੂਰੀ ਦੇ ਉੱਪਰ ਕਿਹੜਾ ਆਰਟੀਕਲ ਰੋਕ ਲਾਉਂਦਾ ਹੈ ਜੀ? ਆਰਟੀਕਲ ਨੰਬਰ 24 ਰੋਕ ਲਾਉਂਦਾ ਹੈ। ਠੀਕ ਹੈ, ਤਾਂ ਇਹ ਸੀ ਤੁਹਾਡਾ ਆਰਟੀਕਲ ਨੰਬਰ 23 ਤੇ ਆਰਟੀਕਲ ਨੰਬਰ 24, ਜਿਹੜਾ ਸ਼ੋਸ਼ਣ ਦੇ ਵਿਰੁੱਧ ਤੁਹਾਨੂੰ ਅਧਿਕਾਰ ਦਿੰਦਾ ਹੈ। ਠੀਕ ਹੈ, ਬਹੁਤ ਸਾਰੇ ਅਧਿਕਾਰ ਤੁਹਾਨੂੰ ਮਿਲੇ ਹੋਏ ਨੇ, ਤੇ ਇਹ ਸੀ ਤੁਹਾਡੇ ਦੋ ਮੇਨ ਅਧਿਕਾਰ, ਸੁਤੰਤਰਤਾ ਦੇ ਅਧਿਕਾਰ ਤੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਠੀਕ ਹੈ, ਨੈਕਸਟ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੀ, ਤੇ ਜਿਹੜਾ ਸਾਡਾ ਅਲਪਸੰਖਿਅਕਾਂ ਨੂੰ ਅਧਿਕਾਰ ਮਿਲਿਆ ਹੋਇਆ ਹੈ, ਤੇ ਸਾਡਾ ਜਿਹੜਾ ਸੰਵਿਧਾਨਿਕ ਉਪਚਾਰਾਂ ਅਧਿਕਾਰ ਹੈ। ਤੇ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਜਿਹੜੀਆਂ ਸਾਨੂੰ ਰੇਟਾਂ ਮਿਲਦੀਆਂ ਨੇ, ਸਾਡੀਆਂ ਰਿਟਸ ਨੇ ਜਿਹੜੀਆਂ 5 ਪ੍ਰਕਾਰ ਦੀ ਰੇਟਾਂ ਨੇਗੀਆਂ, ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਤੇ ਇਹ ਸੀ ਅੱਜ ਦੀ ਕਲਾਸ, ਤੁਹਾਡੀ ਇੰਪੋਰਟੈਂਟ ਕਲਾਸ ਹੈ ਕਾਫੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਜੇ ਤੁਸੀਂ ਅੱਜ ਦੀ ਕਲਾਸ ਦੇਖੀ ਹੈ ਤੇ ਤੁਹਾਨੂੰ ਪਸੰਦ ਆਈ ਹੈ ਇਹ, ਤਾਂ ਪਲੀਜ਼ ਇਹਨੂੰ ਲਾਈਕ ਕਰਿਓ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਿਓ। ਠੀਕ ਹੈ, ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ। ਠੀਕ ਹੈ, ਤੇ ਤਾਂ ਕਿ ਦੂਸਰੇ ਵਿਅਕਤੀ ਨੂੰ ਇਹਦਾ ਫਾਇਦਾ ਹੋ ਸਕੇ। ਮਿਲਦੇ ਹਾਂ ਫਿਰ ਇੱਕ ਹੋਰ ਵਧੀਆ ਕਲਾਸ ਦੇ ਨਾਲ, ਤਦ ਤੱਕ ਲਈ ਥੈਂਕ ਯੂ, ਬਾਏ।